ਤਤ ਚੁਗੈ ਮਿਲ ਏਕਸੇ ਤਿਨਕੋ ਫਾਸ ਨਾ ਰੰਚ। ਜਿਹੜੇ ਇੱਕੋ ਜਿਹੇ ਹੁੰਦੇ ਨੇ ਪੰਜ, ਇੱਕੋ ਜਿਹੇ ਗੁਰਮੁਖ, ਪੰਜ ਗੁਰਮੁਖ ਨੂੰ ਕਹਿੰਦੇ ਨੇ। ਜਿਹੜਾ ਮਾਇਆ ਵਿੱਚ ਉਦਾਸੀ ਹੈ, ਸਰੀਰ ਵਿੱਚ ਹੁੰਦਾ ਹੋਇਆ ਵੀ ਸਰੀਰ ਨਾਲ ਨਹੀਂ ਜੁੜਿਆ ਹੋਇਆ, ਉਹ ਪੰਜ ਹੈ। ਉਹੀ ਦਰਗਾਹ 'ਚ ਪ੍ਰਵਾਨ ਹੈ। ਪੰਚੇ ਪਾਵੈ ਦਰਗਾਹ ਮਾਣ। ਦਰਗਾਹ 'ਚ ਇੱਕ ਨਹੀਂ ਹੈ, ਸਾਰੇ ਜਿੰਨੇ ਬੈਠੇ ਦਰਗਾਹ 'ਚ ਉਹ ਪੰਜ ਨੇ। ਉਹਨਾਂ ਇਕੱਠਿਆਂ ਦੀ ਜਿਹੜੀ ਆਵਾਜ਼ ਹੈ, ਸਲਾਹ ਹੈ, ਉਹੀ ਹੁਕਮ ਹੈ। ਇਕੱਠਿਆਂ ਸਾਰਿਆਂ ਦੀ ਜਿਹੜੀ ਇੱਛਾ ਹੈ, ਉਹੀ ਰਜ਼ਾ ਹੈ। ਉਸੇ ਦਾ ਨਾ ਭਾਣਾ, ਉਹ ਮੰਨਣਾ ਇੱਕ ਦਾ ਨਹੀਂ ਹੈ, ਉਹ ਸਾਰਿਆਂ ਦਾ ਹੀ ਹੈ। ਭਾਣਾ ਇੱਕ ਹੈ, ਸਾਰਿਆਂ ਦਾ ਹੀ। ਅਨੇਕ ਹੈ ਫਿਰ ਏਕ ਹੈ। ਹੁਕਮ ਇੱਕ ਦੇ ਰਹੇ ਨੇ, ਉਹ ਤੇ ਹੈ ਅਨੇਕ, ਗਿਣਤੀ ਕੋਈ ਨਹੀਂ ਕਿਤੇ ਨਹੀਂ, ਪਰ ਹੁਕਮ ਇੱਕੋ ਹੀ ਹੈ ਸਾਰਾ। ਉਹਨਾਂ ਦਾ ਸਾਰਿਆਂ ਦਾ ਸਮੁੱਚਾ ਵਿਚਾਰਧਾਰਾ, ਸਮੁੱਚੀ ਸਲਾਹ ਇੱਕ ਹੈ। ਕਿਸੇ 'ਚ ਕੋਈ ਭਰਮ ਭੇਦ ਨਹੀਂ ਹੈ, ਕੋਈ ਇਤਰਾਜ਼ ਨਹੀਂ ਹੈ। ਉਹ ਹੁਕਮ ਹੈ, ਪਾਣਾ। ਤਤ ਚੁਗੈ ਮਿਲ ਏਕਸੇ ਤਤ ਚੁਗੈ ਮਿਲੇ ਕਿਸੇ। ਗੁਰਮੁਖ ਗੁਰਮੁਖ ਜਦ ਇਕੱਠੇ ਹੋ ਕੇ ਬਹਿੰਦੇ ਨੇ ਨਾ, ਯਾ ਚਿੱਤਰ ਮਨ ਇੱਕੋ ਜਿਹੇ ਹੋ ਜਾਂਦੇ ਨੇ ਦੋਏ। ਜੇ ਮਨ ਤਾਂ ਹਮੇਸ਼ਾ ਸਰੀਰ ਨਾਲ ਜੁੜਿਆ ਹੋਇਆ ਹੈ। ਜਦੋਂ ਇਹ ਮਾਇਆ ਵਿੱਚ ਉਦਾਸੀ ਹੋ ਜਾਂਦਾ ਮਨ, ਸਰੀਰ ਨਾਲ ਮਾਇਆ ਨੂੰ ਤਿਆਗ ਦਿੰਦਾ ਹੈ, ਮਾਇਆ ਦਾ ਮੋਹ ਤਿਆਗ ਦਿੰਦਾ ਜਦ, ਫਿਰ ਇਹ ਚਿੱਤ ਵਰਗਾ ਹੀ ਹੋ ਜਾਂਦਾ। ਚਿੱਤ ਮਾਇਆ ਤੋਂ ਅਲਿਪਤ ਹੈ, ਇਹ ਮਾਇਆ 'ਚ ਲਿਪਤ ਹੈ। ਜਦ ਇਹ ਵੀ ਮਾਇਆ ਤੋਂ ਅਲਿਪਤ ਹੋ ਜਾਂਦਾ ਮਨ, ਫਿਰ ਦੋਏ ਏਕਸੇ ਹੋ ਜਾਂਦੇ ਨੇ। ਫਿਰ ਤਤ ਗਿਆਨ ਚੁਗਦੇ ਨੇ, ਫਿਰ ਤਤ ਨੂੰ ਸਮਝਦੇ ਨੇ। ਗੁਰਬਾਣੀ ਦਾ ਤਤ ਉਦੋਂ ਹਾਸਲ ਕਰਦੇ ਨੇ ਤਿਨਕੋ ਫਾਸ ਨਾ ਰੰਚ। ਗੁਰਮੁਖ ਗੁਰਮੁਖ ਇਕੱਠੇ ਬੈਠ ਕੇ, ਗੁਰਮੁਖ ਬੈਠੋ ਸਭਾ ਵਿਛਾਈ। ਗੁਰਮੁਖ ਇਕੱਠੇ ਹੋ ਕੇ ਬੈਠ ਕੇ ਤਾਂ ਤਤ ਕੱਢ ਲੈਣਗੇ, ਗੁਰਬਾਣੀ ਦਾ ਚੁਗ ਲੈਣਗੇ। ਮਤ ਵਿੱਚ ਰਤਨ ਜਵਾਹਰ ਮਾਣਕ, ਇਹ ਸਾਰੇ ਚੁਗ ਲੈਣਗੇ। ਚੋਂ ਮਨਮੁਖ ਨਹੀਂ ਕਦੇ ਵੀ ਕਰਨਗੇ। ਕਰ ਮਨਮੁਖ ਚਾਹੇ ਕਰੋੜਾਂ ਲੱਖਾਂ ਇਕੱਠੇ ਬੈਠ ਜਾਣ, ਭੀੜ ਇਕੱਠੀ ਕਰ ਲੈਣ, ਪਰ ਤਤ ਕਦੇ ਨਹੀਂ ਚੁਗਦੇ। ਉਹ ਕੀ ਕਰਦੇ ਨੇ? ਉਹਦਾ ਡੱਡਾਂ ਚੁਗਦੇ ਨੇ। ਮਾਇਆ ਧਾਰੀ ਹੁੰਦੇ ਨੇ, ਮਾਇਆ ਦੀਆਂ ਗੱਲਾਂ ਕਰਦੇ ਨੇ। ਉੱਥੇ ਕੀ ਹੋਊ? ਉੱਥੇ ਰਾਜ ਕਿਵੇਂ ਕਰਨਾ? ਸੰਸਾਰੀ ਲੜਾਈ ਹੁੰਦੀ ਹੈ ਉਹਨਾਂ ਦੀ, ਸੰਸਾਰੀ ਪਦਾਰਥਾਂ ਦੀ ਲੜਾਈ ਹੁੰਦੀ ਹੈ। ਇਹਨਾਂ ਦੀ ਸੰਸਾਰੀ ਪਦਾਰਥਾਂ ਦੀ ਲੜਾਈ ਨਹੀਂ ਹੁੰਦੀ। ਇਹ ਉਹ ਧਨ ਗੁਰਮੁਖ ਉਹ ਧਨ ਇਕੱਠਾ ਕਰਦੇ ਨੇ ਜਿਹੜਾ ਦਰਗਾਹ ਤੱਕ ਨਾਲ ਜਾਣ ਵਾਲਾ ਹੈ। ਮਨਮੁਖ ਉਹ ਵਿਚਾਰਧਾਰਾ ਇਕੱਠੀ ਕਰਦੇ ਨੇ, ਗੁਰਬਾਣੀ ਦਾ ਵੀ ਆਸਰਾ ਲੈ ਕੇ ਉਹ ਗੱਲਾਂ ਦੇ ਅਰਥ ਬਦਲਦੇ ਨੇ ਜਿਹੜੇ ਇੱਥੇ ਹੀ ਰਹਿ ਜਾਣਗੇ। ਉਹਦੇ ਖਾਤਰ ਸਾਰੀ ਜ਼ਿੰਦਗੀ ਜੁਸਤਜੂ ਕਰਦੇ ਨੇ, ਜਿਹਦਾ ਤਸੂ ਜਿੰਨਾ ਹਿੱਸਾ ਵੀ ਇਹਨਾਂ ਦੇ ਨਾਲ ਨਹੀਂ ਜਾਣਾ। ਇੱਕ ਰੱਤੀ ਪਰ ਵੀ ਉਹ ਮਾਲ ਇਕੱਠਾ ਕੀਤਾ ਇਹਨਾਂ ਦੇ ਨਾਲ ਨਹੀਂ ਜਾਣਾ। ਸਾਰਾ ਜੀਵਨ ਆ ਜਾਈ ਗਵਾ ਲੈਣਗੇ, ਪਰ ਤੱਤ ਦੀ ਗੱਲ ਨਹੀਂ ਕਰਨਗੇ ਕਦੇ ਵੀ। ਇਸ ਕਰਕੇ ਗੁਰਦੁਆਰਿਆਂ 'ਚੋਂ ਤੱਤ ਦੀ ਗੱਲ ਮਿਸਿੰਗ ਹੈ। ਇਹ ਤਾਂ ਸਾਫ਼ ਹੈ ਕਿ ਜਿਹੜੇ ਗੁਰਦੁਆਰੇ ਜਾਂਦੇ ਨੇ ਉਹਨਾਂ 'ਚ ਐ ਲੋਕ ਨਹੀਂ ਹੁੰਦੇ ਜਿਨ੍ਹਾਂ ਬਾਰੇ ਗੱਲ ਕੀਤੀ ਹੋਈ ਹੈ। ਤਤ ਚੁਗੈ ਮਿਲ ਏਕਸੇ ਤਿਨਕੋ ਫਾਸ ਨਾ ਰੰਚ। ਤਿਨਕੋ ਫਾਸ ਨਾ ਰੰਚ। ਉਹ ਤਾਂ ਮਾਇਆ 'ਚ ਫਸਦੇ ਹੀ ਨਹੀਂ ਹਨ। ਉਹ ਨਹੀਂ ਮਾਇਆ 'ਚ ਫਸ ਸਕਦੇ, ਭਰਮ 'ਚ ਫਸਦੇ ਨਹੀਂ, ਭਰਮ ਜਾਲ 'ਚ ਨਹੀਂ ਫਸਦੇ, ਜਮ ਦੇ ਜਾਲ 'ਚ ਨਹੀਂ ਫਸਦੇ। ਮਨੋਕਾਮਨਾਵਾਂ ਪੂਰੀਆਂ ਕਰਾਉਣ ਵਾਲੇ, ਆ ਕਰਨ ਦੀ ਅਰਦਾਸ ਕਰਨ ਵਾਲੇ ਸਾਰੇ ਜਮ ਦੇ ਜਾਲ 'ਚ ਫਸਣਗੇ। ਜਮ ਦੇ ਜਾਲ 'ਚ ਫਸਾਇਆ ਜਾਂਦਾ ਗੁਰਬਾਣੀ ਨੂੰ ਮੂਹਰੇ ਰੱਖ ਕੇ। ਹੁਣ ਜਦ ਕਿ ਜਮ ਦੇ ਜਾਲ 'ਚੋਂ ਕਢਾਉਣ ਵਾਲੀ ਚੀਜ਼ ਹੈ, ਬਚਾਉਣ ਵਾਲੀ ਹੈ। ਕਿਵੇਂ ਜਮ ਦੇ ਜਾਲ 'ਚੋਂ ਅਸੀਂ ਬਚ ਕੇ ਰਹਿ ਸਕਦੇ ਹਾਂ ਸੰਸਾਰ ਵਿੱਚ? ਸਾਰਾ ਗਿਆਨ ਗੁਰਬਾਣੀ ਦਾ ਇਹ ਹੈ। ਇਹਦਾ ਇਸਤੇਮਾਲ ਕੀ ਹੋ ਰਿਹਾ?
ਜੰਮਦੇ ਜਾਲ 'ਚ ਫਸਾਉਣ ਦਾ ਇਸਤੇਮਾਲ ਹੋ ਰਿਹਾ। ਕੌਣ ਕਰ ਰਹੇ ਨੇ, ਕਿਉਂ ਕਰ ਰਹੇ ਨੇ, ਇਹ ਸਭ ਪਤਾ ਹੀ ਹੈ। ਨਾ ਗੋਲਕ ਹੁੰਦੀ ਗੁਰਦੁਆਰੇ 'ਚ ਨਾ ਇਹ ਕੰਮ ਹੁੰਦਾ ਸ਼ੁਰੂ। ਇਹ ਕੰਮ ਗੋਲਕ ਨੇ ਕਰਾਤਾ ਸ਼ੁਰੂ। ਜਦੋਂ ਧਰਮ ਧੰਦਾ ਬਣ ਜਾਵੇ ਤਾਂ ਇਹੀ ਕੰਮ ਹੋਊਗਾ। ਧਰਮ ਧੰਦਾ ਬਣ ਚੁੱਕਿਆ। ਧੰਦਾ ਦਾ ਸੰਸਾਰੀ ਲਾਹਾ ਹੁੰਦਾ, ਧੰਦਾ ਸੰਸਾਰੀ ਲਾਹਾ ਹੁੰਦਾ। ਧਰਮ ਦਾ ਧੰਦਾ ਤਨਖਾਹਾਂ ਮਿਲਦੀਆਂ ਨੇ, ਡਿਊਟੀਆਂ ਬਦਲਦੀਆਂ ਨੇ। 10 ਮਿੰਟ ਵੀ ਕੋਈ ਲੇਟ ਆਉਂਦਾ, ਦੂਆ ਇਤਰਾਜ਼ ਕਰਦਾ, ਭਾਈ ਤੂੰ ਲੇਟ ਕਿਉਂ ਹੋਇਆ। ਉਡੈ ਤਾਂ ਬੇਗੁਲ ਬੇਗੁਲੇ। ਜਿਹੜੇ ਹਿਰਦੇ 'ਚੋਂ ਬੈਠੇ ਟਿਕੇ ਹੋਏ ਹਿਰਦੇ 'ਚ ਇੱਥੋਂ ਉੱਡ ਜਾਂਦੇ ਨੇ, ਉਹ ਬੇਗੁਲ ਨੇ। ਉਡੈ ਤਾਂ ਬੇਗੁਲ ਬੇਗੁਲੇ, ਬੇਗੁਰੇ ਨੇ। ਬੇਗੁਲ ਦਾ ਮਤਲਬ ਗੁਰ ਲੱਲਾ ਰਾਰੇ ਦੇ ਥਾਂ ਵਰਤਿਆ। ਗਿਆਨਹੀਨ ਨੇ, ਮੂਰਖ ਨੇ, ਉਹ ਅਗਿਆਨੀ ਨੇ। ਇਹ ਜਿਹੜਾ ਪੇੜ ਹੈ ਨਾ, ਸਾਨੂੰ ਜਿੱਥੇ ਬੈਠੇ ਨੇ, ਅਸਲ 'ਚ ਇਹਦਾ ਚੋਗਾ ਇੱਥੇ ਹੀ ਹੈ ਸਾਰਾ। ਜਿਹੜੇ ਬਿਰਛ ਤੇ ਇਹਨੂੰ ਬਿਠਾ ਲਿਆ, ਉੱਥੇ ਹੀ ਇਹਦਾ ਸਾਰਾ ਹੀ ਚੋਗਾ। ਸਭ ਕੁਝ ਘਰ ਮੈਂ, ਬਾਹਰ ਨਹੀਂ। ਇਹ ਫਿਰ ਬਾਹਰ ਚੋਗਾ ਟੋਲਣ ਕੀ ਕਰਨ ਜਾਂਦਾ ਹੈ, ਉੜਦਾ ਕਾਹਤੇ ਇੱਥੋਂ। ਜਿਹੜੇ ਪੰਛੀ ਨੂੰ ਜਿੱਥੇ ਇਹਨੂੰ ਬਿਠਾ ਲਿਆ, ਦੁਆਪਰ 'ਚ ਇੱਥੇ ਹੀ ਬੈਠਾ ਸੀ, ਇਹ ਉੱਡ ਕੇ ਕਾਹਦੇ ਇੱਥੇ ਕਾਹਦੇ ਆ ਗਿਆ, ਇੱਥੋਂ ਉੱਡ ਕੇ ਬਾਹਰ ਕਾਹਦੇ ਜਾਂਦਾ। ਗੁਰਬਾਣੀ ਦਾ ਕਹਿੰਦੇ ਸਭ ਕੁਝ ਘਰ ਵਿੱਚ। ਜਿਹਦੇ ਸਾਰਾ ਚੋਗਾ ਘਰ 'ਚ ਹੋਵੇ, ਫਿਰ ਬਾਹਰ ਕੀ ਕਰ ਜਾਂਦਾ ਉਹ। ਸਭ ਕੁਝ ਘਰ ਵਿੱਚ, ਬਾਹਰ ਨਹੀਂ। ਬਾਹਰ ਟੋਲੇ ਸੇ ਭਰਮ ਭੁਲਾਈ। ਉਹ ਭਰਮ ਦਾ ਮਾਰਿਆ ਹੋਇਆ ਅਗਿਆਨੀ ਮੂਰਖ ਹੋ ਕੇ ਉੱਡ ਜਾਂਦਾ। ਬੇਗੁਰੇ ਨੇ। ਗਿਆਨ ਹੈ ਨਹੀਂ ਆਪ ਨੂੰ। ਚਲੋ ਕੋਈ ਗੱਲ ਨਹੀਂ, ਜੇ ਗਿਆਨ ਹੈ ਨਹੀਂ, ਉਹ ਕਿਸੇ ਤੋਂ ਗਿਆਨ ਲੈ ਵੀ ਲੈਂਦੇ, ਲੈਣਾ ਵੀ ਹੈ ਨਹੀਂ। ਬੇਗੁਰਾ ਉਹ ਹੁੰਦਾ ਜਿਹੜਾ ਕਿਸੇ ਤੋਂ ਨਾ ਗਿਆਨ ਲਵੇ। ਜੀ ਸਮਝ ਆਪ ਨੂੰ ਨਹੀਂ, ਦੂਏ ਤੋਂ ਸਮਝ ਲੈ ਲਓ। ਬੇਗੁਲ ਨੇ ਇਹ ਅਗਿਆਨੀ ਨੇ ਆਪ। ਆਪਣੇ ਵਿੱਚ ਰੋਸ਼ਨੀ ਨਹੀਂ ਹੈ। ਦੀਵਾ ਜਲਦਾ ਹੁੰਦਾ ਨਾ, ਦੀਵੇ 'ਚ ਰੋਸ਼ਨੀ ਹੁੰਦੀ। ਜਦ ਦੀਵੇ ਨੂੰ ਗੁੱਲ ਕਰ ਦਈਦਾ, ਕਹਿੰਦੇ ਗੁੱਲ ਕਰ ਦੋ, ਰੋਸ਼ਨੀ ਖਤਮ ਹੋ ਜਾਂਦੀ। ਗੁੱਲ ਕਰਨ ਦਾ ਮਤਲਬ ਖਤਮ ਹੋ ਜਾਣਾ, ਰੋਸ਼ਨੀ ਬੰਦ ਕਰ ਦੇਣੀ। ਇਹਨਾਂ ਦੀ ਰੋਸ਼ਨੀ ਬੰਦ ਹੈ, ਰੋਸ਼ਨੀ ਨਹੀਂ। ਦੀਵਾ ਬੁਝਿਆ ਹੋਇਆ, ਦੀਵਾ ਗੁੱਲ ਹੋਇਆ ਹੋਇਆ, ਤਾਂ ਉੱਡਦੇ ਨੇ। ਅੰਨੇ ਨੇ ਮਾਇਆ ਤਾਰੀ, ਅੰਨੇ ਨੇ, ਅੰਨੇ ਹੋਏ ਨੇ। ਉੱਡੇ ਤਾਂ ਬੇਗੁਲ ਅੰਨੇ ਹੋਏ। ਅੱਖਾਂ ਵੀ ਚਲੀਏ, ਅੱਖਾਂ ਹੁੰਦੀਆਂ ਹੋਈਆਂ ਵੀ ਅੰਨੇ ਹੋ ਗਏ। ਬੇਗੁਲੇ ਬੇਗੁਰੇ ਨੇ। ਫਿਰ ਗੁਰਬਾਣੀ ਦੀ ਕਹੀ ਗੱਲ ਵੀ ਨਹੀਂ ਮੰਨਦੇ, ਕਹੀ ਹੋਈ ਵੀ ਨਹੀਂ ਮੰਨਦੇ। ਤਾਕੈ ਚੋਗ ਘੜੀ, ਬਾਹਰ ਬਹੁਤੀ ਚੋਗ ਦੇਖਦੇ ਨੇ ਵੀ ਬਹੁਤ ਬਾਹਰ ਚੋਗਾ ਬਹੁਤ ਪਿਆ, ਬਹੁਤਾ ਇਕੱਠਾ ਕਰ ਲਈਏ ਚੋਗਾ। ਉਹ ਤਾਂ ਚੋਗਾ ਤੇਰਾ ਹੈ ਹੀ ਨਹੀਂ, ਸਰੀਰ ਦਾ ਚੋਗਾ। ਉੱਡੇ ਤਾਂ ਬੇਗੁਲ ਬੇਗੁਲੇ, ਤਾਕੈ ਚੋਗ ਘੜੀ। ਬਾਹਰ ਦੇਖ ਲਿਆ ਸ੍ਰਿਸ਼ਟੀ 'ਚ ਚੋਗ। ਪੰਖ ਟੁੱਟੇ, ਫਾਹੀ ਪੜੀ, ਫਾਹੀ ਪੜੀ। ਫਾਹੀ 'ਚ ਫਸ ਜਾਂਦੇ ਨੇ। ਫਿਰ ਭਰਮ ਦੇ ਜਾਲ 'ਚ ਫਸ ਜਾਂਦੇ ਨੇ, ਖੰਭ ਤੜਾ ਲੈਂਦੇ ਨੇ, ਬਥੇਰਾ ਜ਼ੋਰ ਮਾਰਦੇ ਨੇ, ਫਾਲਤੂ ਫਿਰ ਵੀ ਨਹੀਂ ਮਿਲਦਾ। ਮਿਲਦਾ ਉਹੀ ਹੈ ਜਿਹੜਾ ਉਹਦਾ ਹੁਕਮ ਹੈ, ਮਿਲਦਾ ਨਹੀਂ ਹੈ। ਬਥੇਰੀ ਕੋਸ਼ਿਸ਼ ਕਰਦੇ ਨੇ। ਪੰਖ ਟੁੱਟੇ ਫਾਹੀ ਪੜੀ, ਆਖਰ ਬਣੀ। ਪੰਖ ਤੜਾ ਲੈਂਦੇ ਨੇ ਭੱਜ ਭੱਜ ਕੇ। ਫਾਹੀ ਪੜੀ, ਅਵਗੁਣੀ ਭੀੜ ਬਣੀ। ਫਾਹੀ ਭਰਮ ਦੇ ਜਾਲ 'ਚ ਫਸ ਜਾਂਦੇ ਨੇ। ਪੰਖ ਕੀ ਹੁੰਦੇ ਨੇ? ਗੁਣ ਜਿਹੜੇ ਨੇ ਇਹਦੇ ਪੰਖ ਨੇ।
ਖੰਭ ਬਿਕੰਦੜੇ ਜੇ ਲਹਾਂ, ਕਿੰਨਾ ਸਾਵੀ ਤੋਲ, ਤਨ ਜਲਾਈ ਆਪਣੇ, ਲਹਾਂ ਸੋ ਸੱਜਣ ਢੋਲ। ਗੁਣ ਜਿੰਨੇ ਨੇ ਸਾਰੇ ਖੰਭ ਨੇ। ਜਿੱਦਣ ਜੇ ਗੁਣਾਂ ਦੇ ਖੰਭ ਲਾ ਕੇ ਉੱਡੇ ਤਾਂ ਮਾਇਆ ਤੋਂ ਬਾਹਰ ਚਲਾ ਜਾਵੇ। ਪਰ ਇਹ ਤਾਂ ਮਾਇਆ ਤੇ ਅੱਗ ਤੇ ਬਹਿੰਦਾ ਖੰਭ ਲੈ ਕੇ। ਜੇ ਪੰਛੀ ਅੱਗ ਤੇ ਬਹਿ ਕੇ ਅੱਗ ਚੁਗੇ ਤਾਂ ਖੰਭ ਤੇ ਜਲੇ ਜਾਣੇ ਨੇ। ਉਹਨਾਂ ਤਾਂ ਅੱਗ ਪੈ ਜਾਣੀ। ਗੁਣ ਗਲ ਗਏ ਮਾਇਆ ਕਰਕੇ, ਤੇ ਸੱਚ ਗਲ ਗਿਆ ਝੂਠ ਕਰਕੇ। ਅਵਗੁਣੀ ਭੀੜ ਬਣੀ, ਪੰਖ ਟੁੱਟੇ ਫਾਹੀ ਪੜੀ। ਗੁਣ ਗਲ ਗਏ ਤੇ ਅਗਿਆਨਤਾ ਦੀ ਫਾਹੀ 'ਚ ਫਸ ਗਿਆ, ਭਰਮ ਦੇ ਜਾਲ 'ਚ ਫਸ ਗਿਆ। ਜਿੰਨੇ ਗੁਣ ਹੋਣਗੇ ਉਹਨਾਂ ਗਿਆਨ ਹੋਊ, ਜਿਹਨੇ ਔਗੁਣ ਹੋਣਗੇ ਉਹਨੀ ਅਗਿਆਨਤਾ ਹੋਊ। ਗੁਣ ਮਹਿ ਗਿਆਨ ਪ੍ਰਾਪਤ ਹੋਏ, ਗੁਣ ਵਿਚਾਰੇ ਗਿਆਨੀ ਸੋਏ। ਗਿਆਨੀ ਤਾਂ ਉਹ ਇਹਨਾਂ ਗੁਣਾਂ ਦੀ ਵਿਚਾਰ ਕਰੇ ਵੀ ਗੁਣ ਕਿਉਂ ਹਾਸਲ ਕਰਨੇ ਨੇ, ਕੀ ਲੋੜ ਹੈ ਗੁਣਾਂ ਦੀ। ਜਿੰਨੇ ਗੁਣ ਹਾਸਲ ਕਰੂ ਉਨਾ ਹੀ ਗਿਆਨ ਵਧੂ। ਗੁਣ ਮੈਂ ਗਿਆਨ ਪ੍ਰਾਪਤ ਹੋਏ, ਗੁਣਾਂ ਚੋਂ ਗਿਆਨ ਪ੍ਰਾਪਤ ਹੋਣਾ। ਜੇ ਗੁਣ ਨਹੀਂ ਔਗਣ ਨੇ ਤਾਂ ਉਹਨਾਂ ਦੇ ਵਿੱਚ ਪੰਖ ਟੁੱਟੇ ਫਾਹੀ ਬੜੀ, ਜੰਮਦੇ ਜਾਲ 'ਚ ਫਸ ਜੂਗਾ। ਅਵਗੁਣੀ ਭੀੜ ਬੜੀ, ਔਗਣਾਂ ਨੇ ਸਿਰ ਤੇ ਮੁਸੀਬਤ ਖੜੀ ਕਰਤੀ। ਔਗਣਾਂ ਨੇ ਮੁਸੀਬਤ ਪਾਤੀ, ਖੰਭ ਵੀ ਟੁੱਟ ਗਏ, ਗੁਣ ਵੀ ਜਾਂਦੇ ਰਹੇ, ਸਭ ਕੁਝ ਗਵਾ ਲਿਆ। ਆਪਣੀ ਅਕਲ ਨਾਲ ਸਭ ਕੁਝ ਗਵਾ ਲਿਆ। ਬਿਨ ਸਾਚੇ ਕਿਉਂ ਛੋਟੀਏ, ਬਿਨ ਸਾਚੇ ਕਿਉਂ ਛੁੱਟੀਏ। ਉਹ ਸਾਚੇ ਜਿੱਥੇ ਤੈਨੂੰ ਤਰਵਰ ਤੇ ਬਿਠਾਲਿਆ ਸੀ, ਸਾਚੇ ਦੇ ਕੋਲ, ਉੱਥੇ ਹੀ ਬੈਠਾ ਰਹਿੰਦਾ। ਸੱਚੇ ਵਿਰਸ਼ ਤੇ ਨਹੀਂ ਬੈਠਿਆ, ਝੂਠੇ ਤੇ ਬਹਿ ਗਿਆ ਜਾ ਕੇ। ਆਹ ਸਰੀਰ ਝੂਠਾ ਵਿਰਸ਼ ਹੈ। ਸਰੀਰ ਤੇ ਬੈਠਣ ਵਾਸਤੇ ਦਿਮਾਗ ਦੇ ਵਿੱਚ ਪ੍ਰਵੇਸ਼ ਕਰਨਾ ਪਊਗਾ। ਜਿਹੜੇ ਲੋਕ ਦਿਮਾਗ 'ਚ ਬਹਿੰਦੇ ਨੇ, ਜਾ ਕੇ ਬੈਠੇ ਰਹਿੰਦੇ ਨੇ, ਉਹ ਝੂਠੇ ਵਿਰਸ਼ ਤੇ ਬੈਠੇ ਨੇ। ਤਿਰਕੁਟੀ 'ਚ ਬੈਠਣ ਵਾਲੇ ਝੂਠੇ ਵਿਰਸ਼ ਤੇ ਬੈਠੇ ਨੇ। ਇਹ ਸਰੀਰ ਤੇ, ਸਰੀਰ ਵੀ ਵਿਰਸ਼ ਹੈ। ਇਹ ਰਾਵਣ ਦਾ ਬਾਗ ਹੈ, ਇਹ ਰਾਵਣ ਦੇ ਬਾਗ ਦਾ ਵਿਰਸ਼ ਹੈ ਸਰੀਰ। ਇਹ ਜਿਹੜਾ ਆਹ ਸਰੀਰ ਹੈ ਨਾ ਹੱਡ-ਮਾਸ ਦਾ, ਇਹ ਰਾਵਣ ਦਾ ਬਾਗ ਦਾ ਵਿਰਸ਼ ਹੈ। ਇਹ ਰਾਵਣ ਨੇ ਸਾਰੇ ਇਹਦੇ ਤੇ ਬੈਠਣ ਵਾਲੇ। ਇਸੇ ਨੂੰ ਤਾਂ ਪਟਣਾ ਸ਼ਬਦ ਨੇ, ਇਸੇ ਨੂੰ ਤਾਂ ਸੂਦੇ 'ਚ ਸੁੱਟਿਆ ਸੀ। ਉਹ ਵੀ ਕੋਈ ਗਿਆਨ ਦੀ ਉਹ ਗੱਲ ਹੈ। ਉੱਥੇ ਰਮਾਇਣ ਦੇ ਵਿੱਚ ਬੁੱਝਣ ਵਾਲੀ ਗੱਲ ਸੀ, ਉਹ ਬੁੱਝਣ ਵਾਲੀ ਬੁੱਝੀ ਨਹੀਂ, ਹੋਰ ਦਾ ਕੁਝ ਹੋਰੇ ਸਮਝ ਲਿਆ। ਇੱਥੇ ਵੀ ਬੁੱਝਣ ਵਾਲੀਆਂ ਗੱਲਾਂ ਨੇ, ਉਹ ਬੁੱਝੀਆਂ ਨਹੀਂ, ਹੋਰ ਦਾ ਕੁਝ ਹੋਰੇ ਬਣਾ ਕੇ ਬਹਿ ਗਏ। ਪੰਖ ਟੁੱਟੇ ਫਾਹੀ ਪੜੀ, ਅਵਗੁਣੀ ਭੀੜ ਬੜੀ। ਔਗਣਾਂ ਨੇ ਗਲ 'ਚ ਫਾਹਾ ਪਾਤਾ, ਭਰਮ ਦੇ ਜਾਲ 'ਚ ਫਸਾਤਾ। ਬਿਨ ਸਾਚੇ ਕਿਉਂ ਛੋਟੀਏ, ਹਰ ਗੁਣ ਕਰਮ ਮਣੀ। ਸੱਚ ਦੇ ਬਿਨਾਂ ਛੁਟਕਾਰਾ ਨਹੀਂ ਹੈ। ਤੂੰ ਤਾਂ ਝੂਠ ਨਾਲ ਜੁੜ ਗਿਆ, ਸਰੀਰ ਨਾਲ ਜੁੜ ਗਿਆ, ਮਾਇਆ ਨਾਲ ਜੁੜ ਗਿਆ, ਤਾਂ ਫਿਰ ਗਾਂ ਜਾ ਕੇ ਝੂਠ ਨਾਲ ਜੁੜ ਗਿਆ। ਬਿਨ ਸਾਚੇ ਕਿਉਂ ਛੁੱਟੀਏ, ਹਰ ਗੁਣ ਕਰਮ ਮਣੀ। ਹਰ ਗੁਣ ਕਰਮ ਬੜੀ। ਹਰੀ ਦੇ ਜੇ ਗੁਣਾਂ ਨਾਲ ਜੁੜਦਾ, ਹਰੀ ਦੇ ਗੁਣਾਂ ਨਾਲ ਜੁੜਦਾ, ਤਾਂ ਤੇਰਾ ਕਰਮ ਸੀ ਜਿਹੜਾ ਉਹ ਤੇਰੇ ਛਡਾਉਣ ਦੇ ਕੰਮ ਦਾ ਸੀ। ਉਹ ਕਰਮ ਬੜੀ ਹੈ, ਉਹ ਸਰਬ ਸ੍ਰੇਸ਼ਟ ਕਰਮ ਹੈ ਤੇਰਾ। ਆਪ ਛੁਡਾਏ ਛੂਟੀਏ, ਵੱਡਾ ਆਪ ਧਣੀ। ਆਪ ਛਡਾਏ ਛੁੱਟੀਏ। ਅੰਦਰਲਾ ਜਿਹੜਾ ਤੇਰਾ ਹੈਗਾ, ਅਸਲ 'ਚ ਉਹਦੀ ਵੀ ਇੱਛਾ ਹੁੰਦੀ ਹੈ। ਜਦ ਉੱਡਦਾ ਉਹ ਵੀ ਕਹਿ ਦਿੰਦਾ ਵੀ ਉੱਡ ਕੇ ਦੇਖਿਆ ਬਾਹਰ, ਕੋਈ ਨਹੀਂ ਲਾਇਆ। ਉਹ ਨਾ ਕਹੇ, ਉਹ ਵਰਜੇ ਵੀ ਨਹੀਂ ਜਾਣਾ ਬਾਹਰ, ਭੁੱਖੇ ਮਰ ਜਾਗੇ, ਪੈ ਮਰ ਜਾਗੇ। ਅੰਦਰਲਾ ਵੀ ਨਹੀਂ ਛਡਾਉਂਦਾ, ਉਹਦਾ ਵੀ। ਮੈਂ ਆਪਣੇ ਮਨ ਤੇ ਆਪ ਕੰਟਰੋਲ ਕਰਨਾ, ਕਿਸੇ ਨੇ ਨਹੀਂ ਕਰਨਾ। ਜੇ ਮੈਂ ਕੰਟਰੋਲ ਨਹੀਂ ਕਰਦਾ, ਕਸੂਰ ਮੇਰਾ। ਇਸ ਕਰਕੇ ਆਪੇ ਛਡਾਉਣਾ ਪਊਗਾ, ਆਪਣੇ ਮਨ ਨੂੰ ਆਪੇ ਰੋਕਣਾ ਪਊਗਾ। ਆਪ ਛਡਾਏ ਛੁੱਟੀਏ,
ਆਪਣਾ ਆਪ ਛਡਾਵੇ ਤਾਂ ਛੁੱਟਦਾ। ਜੇ ਆਪਣੇ ਆਪੇ ਫਸਦਾ ਹੈ, ਆਪੇ ਫਸੜੀਏ, ਕੌਣ ਛਡਾਵੇ? ਰਾਮ। ਤੈਨੂੰ ਕਿਹੜਾ ਛਡਾਵੇ? ਜੇ ਮੁੜ ਫਿਰ ਫਾਹੀ ਫਾਥੇ ਕਊਆ, ਜੇ ਕਊਆ ਫੇਰ ਦੁਬਾਰਾ ਆਪ ਫਸੂਗਾ ਜਾ ਕੇ ਫਾਹੀ 'ਚ, ਫਿਰ ਪਛਤਾਵਾ ਆਪ ਕਿਆ ਹੋਊਗਾ? ਫਿਰ ਪਛਤਾਉਣ ਦਾ ਕੀ ਫਾਇਦਾ? ਫਸਿਆ ਤਾਂ ਤੂੰ ਆਪ ਹੈ ਫਾਹੀ ਜਾ ਕੇ। ਫਿਰ ਫਾਹੀ ਫਾਥਾ ਕਊਆ, ਫਿਰ ਪਛਤਾਵਾ ਆਪ ਕਿਆ ਹੋਊਗਾ? ਫਾਥਾ ਚੋਗ ਚੁਗੇ ਨਹੀਂ ਸੁਝੈ, ਚੋਗ ਵੀ ਚੁਗੀ ਜਾਂਦਾ, ਪਤਾ ਵੀ ਨਹੀਂ ਹੁਣ ਫਸੇ ਦਾ ਵੀ ਨਹੀਂ ਪਤਾ। ਚੋਗਾ ਮਾਇਆ ਦਾ ਚੁਗਦੇ ਨੇ, ਨਹੀਂ ਪਤਾ ਫਸੇ ਹੋਏ। ਫਸੇ ਦਾ ਜਦ ਪਤਾ ਲੱਗੂ ਜਾਂ ਉੱਡੂਗਾ ਜਾਣ ਉੱਤੇ ਆ ਜਾਊਗਾ, ਜਾਂਦਾ ਕਿੱਥੇ, ਚੱਲਿਆ ਕਿੱਥੇ? ਜਾਂ ਘਰ ਨੂੰ ਉੱਡ ਕੇ ਜਾਊ, ਜਦ ਪਤਾ ਲੱਗੂ ਜਾਣ ਉੱਤੇ। ਹੁਣ ਤਾਂ ਚੁਗੀ ਜਾਂਦਾ, ਚੁਗੀ ਜਾ। ਪਿੰਜਰੇ 'ਚ ਪੰਛੀ ਹੈ, ਚੁਗੀ ਜਾ। ਉੱਡ ਕੇ ਤਾਂ ਨਹੀਂ ਜਾ ਸਕਦਾ ਪੰਛੀਆਂ ਕੋਈ, ਜਿੱਥੋਂ ਲਿਆਂਦਾ ਫੜ ਕੇ। ਫਾਥਾ ਚੋਗ ਚੁਗੇ ਨਹੀਂ ਸੂਝੈ, ਗੁਰ ਪ੍ਰਸਾਦੀ ਆਂਖੀ ਸੀਜੈ। ਜੇ ਗਿਆਨ ਮਿਲ ਜਾਵੇ, ਗਿਆਨ ਦਾ ਸੁਰਮਾ ਕਿਤੋਂ ਪਾਲਵੇਂ ਲੈ ਕੇ ਅੱਖ 'ਚ, ਗਿਆਨ ਅੰਜਨ ਗੁਰ ਦਿਆ, ਗਿਆਨ ਅੰਧੇਰ ਵਿਨਾਸ਼, ਤੇਰੀ ਅਗਿਆਨਤਾ ਹੋ ਜਾਏ ਦੂਰ। ਫਿਰ ਤੇਰੀਆਂ ਅੱਖਾਂ ਨੂੰ ਦੇਖਣ ਲੱਗ ਜਾਵੇ ਜਾਲ ਕਿੱਥੇ ਹੈ, ਚੋਗਾ ਕੀ ਹੈ ਤੇ ਜਾਲ ਕੀ ਹੈ। ਫਿਰ ਜਾਲ ਔਰ ਚੋਗਾ ਤੈਨੂੰ ਪਤਾ ਲੱਗ ਜਾਵੇ, ਫਿਰ ਆਪੇ ਸਮਝ ਜਾਵੇ। ਆਪ ਛਡਾਏ ਛੁੱਟੀ ਹੈ। ਇਸ ਕਰਕੇ ਆਪਣਾ ਆਪ ਛਡਾਉਣਾ ਪੈਣਾ, ਤਾਂ ਛੁਟਕਾਰਾ ਹੋਊਗਾ। ਵੱਡਾ ਆਪ ਤਾਂ ਨਹੀਂ। ਇਹਦਾ ਮਤਲਬ ਇਹ ਨਹੀਂ ਹੈ ਪਰਮੇਸ਼ਰ ਛਡਾਊਗਾ ਤਾਂ ਛੁੱਟਾਂਗੇ, ਇਹ ਨਹੀਂ ਕਹਿ ਸਕਦੇ ਅਸੀਂ। ਆਪਣਾ ਆਪ ਛਡਾਉਣਾ ਪਊਗਾ। ਗੁਰਬਾਣੀ ਆਪ ਮੰਨਣੀ ਪਊਗੀ, ਗੁਰਬਾਣੀ ਆਪ ਸਮਝਣੀ ਪਊਗੀ, ਜਿਵੇਂ ਕਹਿੰਦੀ ਉਵੇਂ ਕਰਨਾ ਪਊਗਾ। ਆਪਣਾ ਆਪ ਛਡਾਵੇ ਤਾਂ ਛੁੱਟਦਾ ਹੈ ਬਸ। ਜੇ ਆਪ ਨਹੀਂ ਛੁੱਟਣਾ ਚਾਹੁੰਦਾ, ਤੈਨੂੰ ਕਿਸੇ ਨੇ ਨਹੀਂ ਛੱਡਣਾ। ਉਹਨਾਂ ਨੇ ਤਾਂ ਆਹ ਮੈਸੇਜ ਦੇ ਦਿੱਤਾ ਤੁਹਾਨੂੰ ਵੀ ਐਂ ਛੁਟਕਾਰਾ ਹੈ, ਤੇ ਜੇ ਛੁਟਕਾਰਾ ਉਹਨਾਂ ਨੇ ਆਪ ਕਰਨਾ ਤਾਂ ਮੈਸੇਜ ਦੇਣ ਦੀ ਕੀ ਲੋੜ ਸੀ? ਜੇ ਡਾਕਟਰ ਨੇ ਇਲਾਜ ਕਰਨਾ ਤੁਹਾਡਾ, ਤੁਹਾਨੂੰ ਗ੍ਰੰਥ ਨਹੀਂ ਕਹਿੰਦਾ ਵੀ ਪੜ੍ਹ ਲਓ ਕਿਤਾਬਾਂ ਡਾਕਟਰੀ ਦੀਆਂ। ਡਾਕਟਰੀ ਨਹੀਂ ਪੜ੍ਹਾਉਂਦਾ ਉਹ, ਫਿਰ ਤਾਂ ਆਪੇ ਟੀਕੇ ਲਾਉਂਦਾ, ਆਪੇ ਇਲਾਜ ਕਰਦਾ। ਜੇ ਤੁਸੀਂ ਪੁੱਛੋਗੇ ਕੀ ਹੈ, ਤਾਂ ਉਹ ਕਹਿੰਦਾ ਤੁਸੀਂ ਕੀ ਲੈਣਾ, ਤੁਸੀਂ ਕੀ ਲੈਣਾ? ਤੂੰ ਕਹਿੰਦਾ ਵੀ ਟੀਕਾ ਕਿਉਂ ਲਾਉਣਾ? ਕਹਿੰਦਾ ਤੇਰਾ ਕੀ ਮਤਲਬ, ਤੂੰ ਚੁੱਪ ਕਰਕੇ ਪਿਆ ਰਹਿ। ਇਹ ਡਾਕਟਰ ਉਹ ਨਹੀਂ ਹੈਗਾ। ਤੁਸੀਂ ਆਪਣਾ ਇਲਾਜ ਆਪ ਕਰਨਾ। ਡਾਕਟਰੀ ਪੜ੍ਹਾ ਰਿਹਾ ਤੁਹਾਨੂੰ, ਡਾਕਟਰੀ ਆਪ ਪੜ੍ਹ ਕੇ ਆਪਣਾ ਇਲਾਜ ਆਪੇ ਕਰਨਾ ਪੈਣਾ। ਉਹ ਜਿਹਾ ਡਾਕਟਰ ਨਹੀਂ ਪੈਸੇ ਦੇ ਕੇ ਇਲਾਜ ਹੋਊਗਾ। ਆਪਣੀ ਡਾਕਟਰੀ ਆਪੇ ਸਿੱਖ ਕੇ ਆਪੇ ਕਰਨੀ ਪੈਣੀ ਹੈ। ਜਿਹੜੀਆਂ ਬਿਮਾਰੀਆਂ ਪੈਦਾ ਆਪ ਕੀਤੀਆਂ ਨੇ ਨਾ, ਉਹ ਆਪੇ ਦੂਰ ਕਰਨੀਆਂ ਪੈਣੀਆਂ ਨੇ। ਜਿੰਨਾ ਕੁ ਕੰਮ ਉਹਨੇ ਕੀਤਾ ਉਹਨਾਂ ਇਲਾਜ ਕਰ ਦੂ। ਉਹ ਜਿਹੜਾ ਭਰਮ ਸੀ ਨਾ ਥੋੜਾ ਜਿਹਾ ਆਦ ਉਹ ਭਰਮ ਨਹੀਂ ਤੇ ਆਪਣੇ ਆਪ ਦੂਰ ਹੋਣਾ। ਜਦ ਉਹਨਾਂ ਰਹਿ ਜੂ ਜਿੰਨਾ ਸੀ ਨਾ ਆਦ ਦੇ ਵਿੱਚ ਸ਼ੁਰੂ ਚ, ਉਹਨਾਂ को ਦੂਰ ਕਰ ਦੂਗਾ। ਜਨਮ ਤੋਂ ਬਾਅਦ ਜਿਹੜਾ ਵਿਆਹ ਦਾ ਉਹ ਨਹੀਂ ਦੂਰ ਕਰਨਾ ਉਹਨੇ। ਜਿਹੜੀਆਂ ਵਿਆਹ ਦੀਆਂ ਅਸੀਂ ਗੱਲ ਪਾ ਰਹੀਆਂ ਨਾ ਇੱਥੇ, ਉਹ ਸਾਰੀਆਂ ਦੂਰ ਆਪੇ ਕਰਨੀਆਂ ਪੈਣੀਆਂ। ਜਿੰਨਾ ਅੱਗੇ ਵੱਧ ਗਿਆ ਨਾ, ਉਹਨਾਂ ਪਿੱਛੇ ਕੱਢੇ ਤੇ ਆਉਣਾ ਪੈਣਾ। ਸਮੁੰਦਰ ਦੇ ਜਿੰਨਾ ਵਿੱਚ ਵੜ ਗਿਆ ਨਾ ਕਹਾਂ ਜਾ ਕੇ, ਉਹ ਉਹਨਾਂ ਪਿੱਛੇ ਆਉਣਾ ਪੈਣਾ ਕੱਢੇ। ਪਰ ਜਿੱਥੇ ਦੁਆਪਰ 'ਚ ਖੜਾ ਸੀ ਉੱਥੇ ਆਉਣਾ ਪੈਣਾ। ਉੱਥੇ ਆ ਜਾਓ, ਫਿਰ ਇਲਾਜ ਹੋ ਜਾਊਗਾ। ਫਿਰ ਕੋਈ ਗੱਲ ਨਹੀਂ। ਇਹ ਤਾਂ ਹੁਣ ਗਾਂ ਜਾ ਵੜਿਆ ਦਰਿਆ ਦੇ ਵਿੱਚ, ਅੱਧ 'ਚ ਪਿੱਛੇ ਮੁੜਨਾ ਔਖਾ ਹੋਇਆ ਹੈ। ਗੁਰ ਪ੍ਰਸਾਦੀ ਛੁੱਟੀ ਹੈ, ਕਿਰਪਾ ਆਪ ਕਰੇ। ਗੁਰ ਪ੍ਰਸਾਦੀ ਛੁੱਟੀ ਹੈ। ਪਹਿਲਾਂ ਤਾਂ ਆਪ ਛੜਾਏ ਛੁੱਟੀਏ। ਆਪ ਕਿਵੇਂ ਛੜਾਏ ਛੁੱਟੀਏ? ਗੁਰ ਪ੍ਰਸਾਦੀ ਜੇ ਗਿਆਨ ਮਿਲ ਜਾਏ ਤੁਹਾਨੂੰ ਤਾਂ ਛੁੱਟੋ। ਸਮਝ ਆ ਜਾਵੇ ਵੀ ਦਵਾਈ ਆਹ ਹੈ, ਕਿਤੋਂ ਪਤਾ ਲੱਗ ਜਾਵੇ ਐਂ ਕਰਾਂ ਤਾਂ ਛੁਟਕਾਰਾ ਹੈ, ਫਿਰ ਕਰ ਲਵੇ। ਪਹਿਲਾਂ ਤੁਹਾਨੂੰ ਪਤਾ ਲੱਗੇ ਵੀ ਆਹ ਇਲਾਜ ਹੈ ਮੇਰਾ, ਫਿਰ ਉਹ ਵਰਤੇ ਵੀ ਦਵਾਈ ਨੂੰ, ਪਰਹੇਜ਼ ਵੀ ਰੱਖੇ। ਗੁਰ ਪ੍ਰਸਾਦੀ ਛੁੱਟੀ ਹੈ। ਗਿਆਨ ਦੀ ਕਿਰਪਾ ਨਾਲ ਛੁੱਟਿਆ ਜਾਊਗਾ।
ਅਸਲ 'ਚ ਜਿਹੜਾ ਧਰਮ ਹੈ ਉਹ ਗਿਆਨ ਤੇ ਬਿਨਾਂ ਧਰਮ ਦੀ ਤਾਂ ਨਹੀਂ ਹੈ। ਜੇ ਛੁਟਕਾਰਾ ਗਿਆਨ ਨਾਲ ਹੈ, ਗਿਆਨ ਧਰਮ ਤੋਂ ਮਿਲਣਾ। ਮਾਲਾ ਫੇਰਿਆ ਨਹੀਂ ਛੁਟਕਾਰਾ, ਸਮਾਧੀ ਲਾਇਆ ਨਹੀਂ ਛੁਟਕਾਰਾ, ਗੁਰ ਪ੍ਰਸਾਦੀ ਛੁਟਕਾਰਾ। ਗੁਰ ਕੀ ਗੁਰ ਮੇਰਾ ਗਿਆਨ, ਗੁਰ ਦੇ ਧਿਆਨ। ਪੂਰਨ ਪੁਰਖ ਗੁਰੂ ਭਗਵਾਨ, ਗੁਰੂ ਤਾਂ ਪਰਮੇਸ਼ਰ ਹੈ, ਉਹ ਤਾਂ ਪੂਰਨ ਪੁਰਖ। ਗੁਰ ਮੇਰਾ ਗਿਆਨ, ਜਿਹਨੂੰ ਮੈਂ ਗੁਰ ਮੰਨਦਾ ਗਿਆਨ। ਗੁਰ ਮਿਲ ਗਿਆ ਕਿਸੇ ਚੀਜ਼ ਦਾ, ਕੰਮ ਰਾਸ ਹੋ ਗਿਆ। ਗੁਰੇ ਹੁੰਦਾ ਕੋਈ ਕੰਮ ਵਿਗੜੇ ਹੋਏ ਦਾ, ਉਲਝੇ ਹੋਏ ਕੰਮ ਦਾ ਗੁਰੇ ਹੁੰਦਾ, ਉਲਝ ਗਿਆ ਕੁਛ ਕੰਮ, ਉਹਦਾ ਗੁਰੇ ਹੁੰਦਾ। ਗੁਰ ਮਿਲ ਗਿਆ, ਕੰਮ ਠੀਕ ਹੋ ਗਿਆ। ਉਲਝੀ ਹੋਈ ਗੱਲ ਸੁਲਝ ਗਈ। ਆਪਣੇ ਹੱਥ ਵਡਿਆਈਆਂ ਜੈ ਭਾਵੇ ਤਾਂ ਦੇ। ਗੁਰ ਪ੍ਰਸਾਦੀ ਛੁੱਟੀ ਹੈ, ਗੁਰ ਪ੍ਰਸਾਦੀ ਛੁੱਟੀ ਹੈ। ਕਿਰਪਾ ਆਪ ਕਰੇ। ਕਿਰਪਾ ਆਪ ਕਰੇ। ਇਹ ਆਪ ਕਿਰਪਾ ਕਿਵੇਂ ਕਰੇ? ਆਪਣੇ ਤੇ ਆਪ ਕਿਰਪਾ ਕੀ ਕਰੇ? ਉਹ ਗਿਆਨ ਨੂੰ ਮੰਨ ਵੀ ਲਵੇ, ਮਨ 'ਚ ਵਸਾ ਲਵੇ। ਜੇ ਗਿਆਨ ਮਿਲ ਜਵੇ, ਮੰਨੇ ਨਾ, ਉਹਦਾ ਕਰੇ ਨਾ, ਫਿਰ ਆਪਣੇ ਤੇ ਆਪਣੀ ਉਹ ਕਿਰਪਾ ਕਰੇ। ਪਰਮੇਸ਼ਰ ਦੀ ਤਾਂ ਇੰਨੀ ਕਿਰਪਾ, ਉਹ ਕੋਈ ਹੀਲਾ ਕਰ ਦੇਵੇ ਤੁਹਾਨੂੰ ਗਿਆਨ ਮਿਲ ਜਵੇ। ਕਈਆਂ ਨੂੰ ਹੀਲਾ ਹੀ ਨਹੀਂ ਹੁੰਦਾ, ਗਿਆਨ ਨਹੀਂ ਮਿਲਦਾ, ਸਾਰੀ ਜ਼ਿੰਦਗੀ ਪਤਾ ਹੀ ਨਹੀਂ ਲੱਗਦਾ। ਉਹਦੀ ਤਾਂ ਇੰਨੀ ਕਿਰਪਾ ਹੋ ਸਕਦੀ ਹੈ ਵੀ ਤੁਹਾਡਾ ਕੋਈ ਜੋੜ ਮੇਲ ਹੋ ਜਾ, ਉੱਥੋਂ ਤੁਹਾਨੂੰ ਗਿਆਨ ਮਿਲ ਜਾਏ। ਇੱਥੇ ਤੱਕ ਗੰਗ ਦਾ ਵੀ ਮੰਨਣਾ ਤਾਂ ਆਪੇ ਹੈ ਨਾ। ਛੁਟਕਾਰਾ ਆਪਣੀ ਕਿਰਪਾ ਨਾਲ ਹੋਣਾ, ਗਿਆਨ ਮਿਲਣ ਤੱਕ ਉਹਦੀ ਕਿਰਪਾ ਹੈ ਬਸ। ਕੋਈ ਚੀਜ਼ ਮਿਲ ਗਈ, ਉਹ ਵਰਤੇ ਕਿਵੇਂ ਹੈ, ਸਵਾਲ ਤਾਂ ਹੈ। ਕੋਈ ਚੀਜ਼ ਮੰਗਦਾ ਵੀ ਸ਼ਾਮ ਨੂੰ ਬਈ ਅੱਜ ਮੈਨੂੰ 100 ਰੁਪਇਆ ਹੋਵੇ ਤਾਂ ਮੇਰਾ ਕੰਮ ਖੜਾ, ਅੱਜ ਮੇਰਾ ਪੂਰਾ ਹੋ ਜਾਏ। 100 ਦਾ ਨੋਟ ਮਿਲ ਗਿਆ, ਜਾ ਕੇ ਠੇਕੇਦਾਰੂ ਦੀ ਬੋਤਲ ਲੈ ਲਈ। ਹੁਣ ਉਹ 100 ਵਰਤਣਾ ਉਹਨੇ ਕਿਵੇਂ, ਸਵਾਲ ਉਹਦੇ ਤੇ ਆ ਗਿਆ। ਉਹਨੇ ਤਾਂ ਦੇ ਤਾ ਉਹਨੂੰ, ਫਿਰ ਉਹ ਦੇਖਦਾ ਹੁਣ ਮੈਂ ਇਹਦਾ ਕੀ ਕਰਾਂ। ਗਿਆਨ ਲੈ ਕੇ ਬਾਅਦ ਦੇ ਵਿੱਚ ਗਿਆਨ ਦਾ ਉਹ ਕਰਦਾ ਕੀ ਹੈ ਕਿ ਉਸ ਗਿਆਨ ਨਾਲ ਉਹ ਰੋਟੀ ਕਮਾਉਂਦਾ, ਧੰਦਾ ਕਰਦਾ। ਗਿਆਨ ਨਾਲ ਧੰਦਾ ਨਹੀਂ ਕਰਦੇ ਲੋਕ। ਉਹ ਗਿਆਨ ਵੀ ਮਿਲ ਗਿਆ, ਲੱਗੇ ਧੰਦੇ 'ਚ ਨੇ। ਜੇ ਗੁਰ ਪ੍ਰਸਾਦੀ ਛੁੱਟੀਏ ਦਾ ਹੁੰਦਾ ਵੀ ਗਿਆਨ ਦੀ ਕਿਰਪਾ ਨਾਲ ਛੁੱਟ ਜੂਗਾ, ਆਪ ਛੜਾਏ ਛੁੱਟੀਏ ਨਾਲ ਤਾਂ ਲਿਖਿਆ। ਗੁਰ ਪ੍ਰਸਾਦੀ ਛੁੱਟੀਏ ਤਾਂ ਹੈਗਾ, ਗਿਆਨ ਦੀ ਕਿਰਪਾ ਨਾਲ ਛੁੱਟਣਾ, ਪਰ ਆਪ ਛੜਾਏ ਛੁੱਟੀਏ ਨਾਲ। ਆਪ ਛੜਾਏ ਪਰਮੇਸ਼ਰ ਵਾਸਤੇ ਨਹੀਂ ਹੈ। ਸਾਰਿਆਂ ਨੂੰ ਪਤਾ ਜਿੰਨੇ ਗੁਰਦੁਆਰਿਆਂ 'ਚ ਨੇ ਵੀ ਗਿਆਨ ਲੱਗੇ ਧੰਦੇ 'ਚ ਨੇ, ਮਿਸਯੂਜ਼ ਕਰ ਲਿਆ ਉਸ ਗਿਆਨ ਦਾ। ਛੁੱਟਣ ਵਾਲੇ ਪਾਸੇ ਦੀ ਬਜਾਏ ਫਸਣ ਵਾਲੇ ਪਾਸੇ ਇਸਤੇਮਾਲ ਕਰ ਲਿਆ ਉਸੇ ਗਿਆਨ ਦਾ। ਪਤਾ ਹੈ, ਪਤਾ ਹੁੰਦੇ ਹੋਏ ਵੀ ਜਿਹੜਾ ਨਾ ਕਰੇ, ਫਿਰ ਉਹਦਾ ਕੀ ਕਰੇ ਬਈ ਕੋਈ। ਇਸ ਕਰਕੇ ਮਿਸਯੂਜ਼ ਜਿਹੜਾ ਕਰਦੇ ਨੇ, ਪ੍ਰਪੰਚ ਰਚਦੇ ਨੇ ਇੱਥੇ ਆ ਕੇ, ਉਹ ਪ੍ਰਪੰਚ ਵਾਲਾ ਇਸ਼ਾਰਾ ਹੈ ਵੀ ਗਿਆਨ ਮਿਲ ਗਿਆ ਤੂੰ ਪ੍ਰਪੰਚ ਰਚ ਮੈਂ ਇੱਥੇ ਆ ਕੇ ਪ੍ਰਪੰਚੀ ਬਣ ਜਾਵੇ, ਲੋਕਾਂ ਨੂੰ ਠਗਣ ਲੱਗ ਜਾਵੇ। ਗਿਆਨ ਨਾਲ ਲੋਕ ਠਗੇ ਰਹੇ ਨੇ, ਹੋਰ ਕੀ ਕਰ ਰਹੇ ਨੇ। ਪਤਾ ਹੁੰਦੇ ਹੋਏ ਵੀ ਸਿੱਧਾ ਨੇ ਕੀ ਕੀਤਾ ਸੀ, ਪਤਾ ਹੁੰਦੇ ਹੋਏ ਸਭ ਕੁਝ ਸਮਝ ਕੇ ਸ੍ਰੀ ਚੰਦ ਨੂੰ ਪਟ ਲਿਆ। ਸਭ ਕੋਈ ਸਾਨੂੰ ਤਾਂ ਕਿੱਥੋਂ ਸਿੱਖ ਬਣਾਊਗਾ, ਇਹਦੇ ਮੁੰਡੇ ਨੂੰ ਸਾਧ ਬਣਾ ਲਓ। ਤੇ ਸਿੱਧਾ ਨੂੰ ਕੀ ਮਿਲਿਆ ਇਹਦੇ ਵਿੱਚ? ਛੁੱਟ ਗਏ। ਛੁੱਟ ਤਾਂ ਜਾਂਦੇ ਜੇ ਮੰਨ ਲੈਂਦੇ ਗੱਲ, ਗਿਆਨ ਤਾਂ ਮਿਲ ਗਿਆ ਸੀ, ਗੁਰਪ੍ਰਸਾਦ ਤਾਂ ਹੋ ਗਿਆ ਸੀ ਉਹਨਾਂ ਨੂੰ। ਉਹ ਸਿੱਧਾ ਨੂੰ ਗੁਰਪ੍ਰਸਾਦ ਤਾਂ ਹੋ ਗਿਆ ਸੀ, ਸਾਰੀ ਗੱਲ ਤਾਂ ਸਮਝਾ ਦਿੱਤੀ ਸੀ, ਸਿੱਧਗੋਸ਼ਟ ਵਿੱਚ ਲਿਖਿਆ ਹੋਇਆ ਹੈ। ਛੁੱਟੇ ਕਿਉਂ ਨਾ ਫਿਰ ਉਹ? ਕਿਉਂਕਿ ਆਪਣਾ ਆਪਾ ਆਪ ਨਹੀਂ ਛਡਾਇਆ ਉਹਨਾਂ ਨੇ, ਤਾਂ ਨਹੀਂ ਛੁੱਟੇ। ਆਪਣੀ ਚਾਬੀ ਤੁਹਾਨੂੰ ਦੇ ਦਿੱਤੀ,
ਫਿਰ ਤੁਸੀਂ ਹੱਥਕੜੀ ਨਹੀਂ ਖੋਲਦੇ, ਜ਼ਿੰਮੇਵਾਰ ਕੌਣ? ਕੌਣ ਜ਼ਿੰਮੇਵਾਰ? ਹੱਥਕੜੀ ਲੱਗੀ ਹੈ, ਪੈਰਾਂ ਨੂੰ ਬੇੜੀ ਲੱਗੀ ਹੈ, ਚਾਬੀ ਵੀ ਤੁਹਾਨੂੰ ਦੇ ਦਿੱਤੀ, ਫਿਰ ਤੁਸੀਂ ਖੋਲਦੇ ਨਹੀਂ ਉਹਨੂੰ। ਕਸੂਰ ਕਿਹਦਾ ਹੋਇਆ? ਗੁਰ ਕੁੰਜੀ, ਗਿਆਨ ਤਾਂ ਕੁੰਜੀ ਹੈ, ਪਾਹੂ ਨਿਵਲ। ਪੈਰਾਂ ਤੁਹਾਡੇ ਨਿਉਲ ਲੱਗਿਆ, ਬੇੜੀ ਲੱਗੀ ਹੋਈ ਹੈ, ਗਿਆਨ ਦੀ ਕੁੰਜੀ ਮਿਲ ਗਈ। ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕਨ ਉਗੜਾ ਅਵਰਨ ਕੁੰਜੀ। ਹੱਥ ਕੁੰਜੀ ਕਿਸੇ ਦੇ ਹੱਥ ਨਹੀਂ, ਹੁਣ ਕੁੰਜੀ ਤੁਹਾਡੇ ਕੋਲ ਹੈ। ਕੁੰਜੀ ਤਾਂ ਤੁਹਾਡੇ ਕੋਲ ਹੈ, ਹੱਥ ਪੈਰ ਤੁਹਾਡੇ, ਬੇੜੀ ਵੀ ਤੁਹਾਡੀ ਲੱਗੀ ਹੋਈ ਹੈ। ਜੇ ਫੇਰ ਵੀ ਨਾ ਖੋਲੋ, ਫਿਰ ਕਸੂਰ ਕਿਹਦਾ ਹੈ? ਇਹ ਸਾਰਿਆਂ ਦੇ ਬੇੜੀਆਂ ਨੇ, ਆਪਣੀ ਆਪਣੀ ਬੇੜੀ ਆਪ ਖੋਲੀਏ, ਜਿਹਨੇ ਖੋਲੀਏ ਖੋਲ ਲਵੇ। ਕਿਸੇ ਗੁਰੂ ਨੇ ਨਹੀਂ ਖੋਲ ਕੇ ਦੇਣੀ, ਸਭ ਝੂਠ ਹੈ। ਗੁਰਬਾਣੀ ਨਹੀਂ ਮੰਨਦੀ ਇਸ ਗੱਲ ਨੂੰ। ਉਹ ਤਾਂ ਬਹਾਨਾ ਹੈ, ਹਰਾਮ ਖੋਰੀ ਹੈ, ਜਿਹਨਾਂ ਨੇ ਨਹੀਂ ਬੇੜੀ ਖੋਲਣੀ। ਉਹ ਜੀ ਗੁਰੂ ਖੋਲੂਗਾ। ਬਕਰੇ ਨੇ ਸਭ, ਚਾਬੀ ਤੈਨੂੰ ਦੇ ਦਿੱਤੀ ਪੁਲਿਸ ਨੇ, ਲੈ ਬੇੜੀ ਖੋਲ ਲੈ ਬਈ, ਤੂੰ ਹੱਥਕੜੀ ਖੋਲ ਲੈ। ਤੂੰ ਫੇਰ ਵੀ ਨਹੀਂ ਖੋਲਦਾ ਹੱਥਕੜੀ, ਤੇ ਫਿਰ ਪੁਲਿਸ ਦਾ ਕਸੂਰ ਹੈ। ਗੁਰ ਕੁੰਜੀ, ਗਿਆਨ ਕੁੰਜੀ ਹੈ, ਪਾਹੂ ਨਿਵਲ ਹੈ। ਨਿਵਲ ਨਿਵਲ ਨੂੰ ਕਹਿੰਦੇ ਨੇ। ਪੈਰਾਂ 'ਚ ਪਾਹੂ, ਪੈਰਾਂ ਦੇ ਵਿੱਚ, ਪੈਰਾਂ 'ਚ ਨਿਵਲ ਲੱਗਿਆ ਹੋਇਆ। ਇੱਧਰ ਪੈਰ ਨੂੰ ਵੀ ਜਿੰਦਾ, ਇੱਧਰ ਪੈਰ ਨੂੰ ਵੀ ਜਿੰਦਾ, ਇੰਨੀ ਚੇਨ ਬੇੜੀ ਹੈ। ਗੁਰ ਕੁੰਜੀ ਹੈ, ਗਿਆਨ ਦੀ ਕੁੰਜੀ ਹੈ। ਉਹ ਗਿਆਨ ਮਿਲ ਗਿਆ, ਕੁੰਜੀ ਮਿਲ ਗਈ। ਪਾਹੂ ਨਿਵਲ, ਪੈਰਾਂ ਨੂੰ ਨਿਵਲ ਲੱਗਿਆ ਹੈ। ਹੁਣ ਗਿਆਨ ਦੀ ਕੁੰਜੀ ਤੁਹਾਡੇ ਕੋਲ ਹੈ, ਤੁਸੀਂ ਆਪਣੀ ਬੇੜੀ ਨਹੀਂ ਖੋਲਦੇ, ਨਾ ਖੋਲੋ ਫਿਰ। ਇਸ ਕਰਕੇ ਆਪ ਛਡਾਏ ਛੁੱਟੀਏ। ਪਰਮੇਸ਼ਰ ਨੇ ਨਹੀਂ ਕਿਸੇ ਨੂੰ ਹੋਰ ਨੇ ਛਡਾਉਣਾ। ਆਪਣੇ ਹੱਥੀਂ ਆਪਣਾ ਆਪੇ ਹੀ ਕਾ ਸਵਾਰੀ ਹੈ। ਜਿਹਨੇ ਖੋਲਣੀ ਬੇੜੀ ਖੋਲ ਲਵੇ, ਜਿਹਨੂੰ ਨਹੀਂ ਖੋਲਣੀ ਠੀਕ ਹੈ। ਪਰ ਪੰਚ ਰਚਿਆ ਲੋਕਾਂ ਨੇ, ਜਿਹਨੇ ਧਰਮ ਨੂੰ ਧੰਦਾ ਬਣਾ ਲਿਆ, ਉਹ ਨਾ ਬੇੜੀ ਆਪਣੀ ਖੋਲੇ, ਨਾ ਖੋਲਣ ਵਾਲੀ ਗੱਲ ਕਰੇ। ਉਹ ਨਹੀਂ ਕਰਦੇ। ਉਹ ਇਹ ਗੱਲ ਨੂੰ ਬਦਲ ਕੇ ਕਰਦੇ ਨੇ, ਫਿਰ ਇਹਦੇ ਅਰਥ ਬਦਲ ਕੇ ਕਰਦੇ ਨੇ। ਉਹ ਨਹੀਂ ਅਰਥ ਕਰਨਗੇ। ਜੇ ਉਹ ਕਰਨਗੇ ਬੇੜੀ ਸਾਰਿਆਂ ਦੀ, ਫਿਰ ਤਾਂ ਉਹਨਾਂ ਦੇ ਹੱਥ 'ਚ ਕੁਛ ਨਾ। ਫਿਰ ਤਾਂ ਆਪ ਗੁਰੂ ਨਹੀਂ ਰਹੇ ਹੋ। ਜੇ ਇਹ ਕਹਿਤਾ ਵੀ ਤੁਹਾਨੂੰ ਭਾਈ ਗਿਆਨ ਮਿਲ ਗਿਆ, ਕੁੰਜੀ ਮਿਲ ਗਈ, ਤੁਹਾਡੇ ਪੈਰਾਂ ਨੂੰ ਬੇੜੀ ਹੈ, ਤੁਸੀਂ ਆਪ ਖੋਲ੍ਹਣੀ ਹੈ, ਖੋਲ ਲਓ, ਮੇਰੇ ਹੱਥ 'ਚ ਕੁਛ ਨਹੀਂ। ਫਿਰ ਤੁਸੀਂ ਉਹਨੂੰ ਗੁਰੂ ਕਿਵੇਂ ਮੰਨੋਗੇ? ਉਹਨੂੰ ਚੜਾਵਾ ਕਿਵੇਂ ਚੜਾਓਗੇ? ਫਿਰ ਤੁਸੀਂ ਕਹੋਗੇ ਜਾਏ ਜੇ ਅਸੀਂ ਹੋ ਜਾਏ। ਇਹ ਗੱਲ ਉਹਨਾਂ ਨੂੰ ਮਨਜ਼ੂਰ ਨਹੀਂ। ਇੱਥੋਂ ਹਰਾਮਖੋਰੀ ਹੈ ਸ਼ੁਰੂ ਹੁੰਦੀ, ਇੱਥੇ ਪ੍ਰਪੰਚ ਹੈ, ਇੱਥੋਂ ਗੁਰੂ ਬਣਦੇ ਨੇ। ਤੇ ਨਹੀਂ ਤਾਂ ਦਾਸ ਤਾਂ ਸਭ ਬਰਾਬਰੇ ਹੁੰਦੇ ਨੇ। ਪੰਚ ਪ੍ਰਵਾਨ, ਪੰਚ ਪ੍ਰਧਾਨ ਤਾਂ ਸਭ ਬਰਾਬਰੇ ਹੁੰਦੇ ਨੇ। ਉਹਨਾਂ 'ਚ ਬੜਾ ਛੋਟਾ ਨਹੀਂ ਹੁੰਦਾ। ਬਾਗਾਂ ਦੇ ਵਿੱਚ ਕੌਣ ਬੜਾ ਛੋਟਾ? ਸਾਰੇ ਇੱਕੋ ਜਿਹੇ ਹੁੰਦੇ ਨੇ। ਤਾਂ ਬਸ ਗਿਆਨ ਮਿਲਣਾ, ਪਰਮੇਸ਼ਰ ਦਾ ਇੰਨਾ ਕੰਮ ਹੈ। ਸਿੱਖਾਂ ਦੇ ਘਰ ਪੈਦਾ ਕਰਤਾ, ਤੁਹਾਨੂੰ ਇਹੋ ਜਿਹਾ ਗਿਆਨ ਦੇ ਦਿੱਤਾ, ਬਸ ਇਹ ਤੋਂ ਜ਼ਿਆਦਾ ਨਹੀਂ। ਗਿਆਨ ਦੀ ਸਮਝ ਵੀ ਆ ਗਈ, ਕੁੰਜੀ ਦੇ ਦਿੱਤੀ ਤੁਹਾਨੂੰ ਆਪ। ਬਸ ਜੇ ਹੁਣ ਖੋਲਣਾ, ਨਹੀਂ ਖੋਲਣਾ। ਗੁਰੂ ਘਰ 'ਚ ਪੈਦਾ ਹੋਏ ਨੇ, ਕਿ ਉਹਨਾਂ ਨੂੰ ਪਤਾ ਨਹੀਂ ਸੀ? ਨਹੀਂ ਖੋਲੀ ਉਹਨਾਂ ਨੇ ਬੇੜੀ ਆਪਣੀ। ਜਿਹਨੇ ਖੋਲ੍ਹਣੀ ਦੀ ਖੋਲ੍ਹੀ, ਨਹੀਂ ਖੋਲ੍ਹੀ ਨਹੀਂ ਖੋਲ੍ਹੀ। ਇਸ ਕਰਕੇ ਪਰਮੇਸ਼ਰ ਤੇ ਜਿਹੜਾ ਹੈ ਨਾ, ਇਹ ਇੱਕ ਬਹਾਨਾ ਹੈ ਬਣਾਇਆ ਹੋਇਆ। ਜੇ ਪਰਮੇਸ਼ਰ ਦਾ ਹੀ ਹੱਥ ਹੈਗਾ, ਫਿਰ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਇਹਦਾ ਮਤਲਬ ਕੀ ਹੋਇਆ? ਆਪੇ ਫਾਥੜੀਏ, ਤੈਨੂੰ ਕੌਣ ਛਡਾਵੇ ਰਾਮ। ਦੋ ਗੱਲਾਂ ਕਹਿਤੀਆਂ। ਆਪਣ ਪੈਰ ਪਹਾੜਾ ਮਾਰਿਆ, ਗਾਫਲ ਆਪਣੇ ਆਪ। ਆਪਣਾ ਕੰਮ ਆਪ ਵਿਗਾੜਿਆ, ਆਪਣਾ ਕੰਮ ਆਪੇ ਸਵਾਰਿਆ। ਆਪ ਸਵਾਰਨ ਦਾ ਬਲ, ਬੁੱਧ ਬਲ,
ਆਪ ਸਵਾਰਨ ਦੀ ਬੁੱਧੀ ਤੈਨੂੰ ਦੇ ਦਿੱਤੀ। ਸਵਾਰਨਾ ਨਹੀਂ ਸਵਾਰਨਾ ਤੇਰੀ ਮਰਜ਼ੀ, ਵਿਚਾਲੇ ਕੋਈ ਨਹੀਂ। ਖਾਲਸੇ ਦੇ ਔਰ ਸਿੱਖ ਦੇ ਵਿਚਾਲੇ ਕੋਈ ਨਹੀਂ। ਖਾਲਸਾ ਸਿੱਧਾ ਅਕਾਲ ਪੁਰਖ ਨਾਲ ਜੁੜਿਆ ਹੋਇਆ, ਵਿਚਾਲੇ ਗੁਰੂ ਕੋਈ ਨਹੀਂ ਹੈ। ਬਿਲਕੁਲ ਝੂਠ ਹੈ ਨਾਨਕ ਵਿਚਾਲਿਆ ਸਾਡੇ। ਸਤਿਗੁਰ ਜਿਹੜਾ ਹੈਗਾ ਸਾਰਿਆਂ ਦੇ ਅੰਦਰ ਹੈ, ਸਤਿਗੁਰ ਤੇ ਖਾਲੀ ਕੋਈ ਨਹੀਂ। ਮੇਰੇ ਪ੍ਰਭ ਵੇਲ ਬੁਲਾਏ, ਬਿਲਕੁਲ ਵਿਚਾਲੇ ਕੋਈ ਤੀਜਾ ਆਦਮੀ ਨਹੀਂ ਹੈ। ਸਿੱਧਾ ਇਹਦਾ ਕਨੈਕਸ਼ਨ ਆਪ ਇੱਕ ਹੈ, ਦਾਲੇ ਹੋਇਆ ਹੈ। ਜਦ ਇੱਕ ਹੋਊਗਾ ਉੱਗ ਪੈਣਾ, ਗੱਲ ਖਤਮ ਹੋ ਗਈ। ਇੱਕ ਹੋਏ ਤਾਂ ਉੱਗ ਪੈ। ਸਿਰਫ ਸ਼ਰਤ ਰੁੱਤੀ ਰੁੱਤ ਹੋਏ ਦਾ ਮਤਲਬ ਹੈ ਉਸ ਵੇਲੇ ਦਾ ਤੂੰ ਇੱਕ ਹੋ ਜਾਵੇਂ, ਤੈਨੂੰ ਗਾਹਾਂ ਦੀ ਗੱਲ ਦੱਸਣ ਵਾਲਾ ਕੋਈ ਹੋਵੇ। ਉਗਣਾ ਕਿਵੇਂ ਹੈ, ਉਦੋਂ ਜਿਹੜੀ ਬਾਰਿਸ਼ ਹੈ ਨਾ, ਬਾਰਿਸ਼ ਉਹਦਾ ਨਾਮ ਦੀ ਬਾਰਿਸ਼ ਚਾਹੀਦੀ ਹੈ। ਨਾਮ ਦੇ ਅੰਮ੍ਰਿਤ ਜਲ ਬਿਨਾਂ ਉਗਦਾ ਨਹੀਂ ਹੈ। ਅੰਮ੍ਰਿਤ ਧਾਰਾ ਜਿੰਨਾ ਚਿਰ ਵਰਸ ਇਹਦੇ ਤੇ ਵਰਸਦੀ ਨਹੀਂ, ਉਗਦਾ ਨਹੀਂ ਹੈ। ਸੁੱਕੇ ਚ ਪਿਆ ਬੀਜ ਨਹੀਂ ਉਗਦਾ। ਗੁਰਪ੍ਰਸਾਦੀ ਛੁੱਟੀ ਹੈ, ਕਿਰਪਾ ਆਪ ਕਰੇ। ਗਿਆਨ ਦੀ ਕਿਰਪਾ ਨਾਲ ਛੁੱਟੂ, ਪਰ ਜੇ ਗਿਆਨ ਇਹਨੂੰ ਮਿਲ ਗਿਆ ਆਪਣੀ ਹੱਥਕੜੀ ਆਪੇ ਖੋਲੂਗਾ। ਉਸ ਕੁੰਜੀ ਗਿਆਨ ਨੂੰ ਚਾਹੇ ਤਾਂ ਵਰਤ ਲਵੇ, ਮਿਸਯੂਜ਼ ਕਰ ਲਵੇ, ਰੋਟੀਆਂ ਖਾਤਰ ਵਰਤ ਲਵੇ, ਪਰਪੰਚ ਵਰਤ ਲਵੇ, ਚਾਹੇ ਤਾਂ ਉਸ ਕੁੰਜੀ ਨੂੰ ਧੰਦਾ ਬਣਾ ਲਵੇ, ਧਰਮ ਨੂੰ ਉਸ ਨੂੰ ਧੰਦਾ ਬਣਾ ਲਵੇ, ਚਾਹੇ ਭਾਈ ਆਪਣੀ ਹੱਥਕੜੀਆਂ ਬੇੜੀਆਂ ਖੋਲ ਲਵੇ, ਲੋਕਾਂ ਨੂੰ ਦੱਸਣ ਲੱਗ ਜਾਵੇ ਬੇੜੀ ਭਾਈ ਐਂ ਖੋਲੀ, ਐਂ ਖੋਲ ਲਓ। ਜਿਨ੍ਹਾਂ ਨੇ ਆਪਣੀਆਂ ਬੇੜੀਆਂ ਖੋਲੀਆਂ ਨੇ ਉਹਨਾਂ ਨੇ ਲੋਕਾਂ ਨੂੰ ਬੇੜੀਆਂ ਖੋਲਣ ਦੀ ਜਾਂਚ ਦੱਸੀ ਹੈ। ਜਿਨ੍ਹਾਂ ਨੇ ਆਪਣੀਆਂ ਨਹੀਂ ਖੋਲੀਆਂ ਉਹਨਾਂ ਨੇ ਲੋਕਾਂ ਦੀਆਂ ਖੁੱਲ੍ਹਣ ਨਹੀਂ ਦਿੱਤੀਆਂ। ਬਸ ਇੱਥੋਂ ਉਹਨਾਂ ਨੇ ਖੁੱਲ੍ਹਣ ਦਿੱਤੀਆਂ ਹੀ ਨਹੀਂ, ਵੀ ਜੇ ਖੁੱਲ੍ਹਦੀਆਂ ਫਿਰ ਤਾਂ ਬਾਗੀ ਨਾ ਸਾਤੇ। ਉਹਨਾਂ ਨੇ ਬੰਨ੍ਹ ਕੇ ਹੀ ਰੱਖੇ ਨੇ ਬਾਗੀ। ਉਹਨਾਂ ਨੇ ਸਾਮੀਆਂ ਬਣਾ ਕੇ ਰੱਖੀਆਂ ਨੇ, ਆਪਣੇ ਨਾਲ ਜੋੜ ਕੇ ਰੱਖੇ। ਇਹ ਆਪਣੇ ਨਾਲ ਜੋੜਨ ਵਾਲੇ ਉਦੋਂ ਗੱਲਾਂ ਕਰਦੇ ਨੇ ਅਸੀਂ ਗੁਰੂ ਨਾਲ ਜੋੜਦੇ ਹਾਂ, ਕਹਿੰਦੇ ਨੇ ਗੁਰੂ ਨਾਲ ਜੋੜਦੇ ਨੇ ਆਪਣੇ ਨਾਲ। ਨਹੀਂ ਤਾਂ ਜਿਹੜੇ ਗੁਰੂ ਨਾਲ ਜੋੜਨ ਵਾਲੇ ਨੇ ਉਹਨਾਂ ਨੇ ਆਪਣੀਆਂ ਬੇੜੀਆਂ ਆਪ ਖੋਲ ਲਈਆਂ। ਉਹ ਤੋਂ ਬਾਅਦ ਜਿਹੜਾ ਆਪਣੀ ਬੇੜੀ ਆਪ ਖੋਲੂਗਾ, ਜਿਹਦੇ ਗੁਰ ਕੁੰਜੀ ਪਾਹੂ ਨਿਵਲ, ਜਿਹਦੇ ਕੋਲ ਕੁੰਜੀ ਗਿਆਨ ਦੀ ਆ ਗਈ, ਪੈਰਾਂ ਦਾ ਨਿਓਲ ਉਹਦਾ ਖੁੱਲ ਜੂਗਾ। ਪੈਰਾਂ ਦੇ ਜਿੱਦੇ ਖੁੱਲ ਜਾਣਗੇ ਬੇੜੀਆਂ ਖੁੱਲ ਜੂ। ਜੇ ਤਾਂ ਬੇੜੀਆਂ ਕਿਸੇ ਨੇ ਲਈਆਂ ਖੋਲ, ਉਹਦਾ ਜੋੜ ਦੂ ਗੁਰੂ ਨਾਲ। ਜਿਹਦੀਆਂ ਆਪਣੀਆਂ ਖੁੱਲੀਆਂ ਨਹੀਂ, ਗੁਰੂ ਨਾਲ ਨਹੀਂ ਜੋੜ ਸਕਦਾ, ਝੂਠ ਬੋਲਦਾ ਉਹ, ਬਿਲਕੁਲ ਫਰੌਡੀ ਆਦਮੀ। ਔਰ ਉਹ ਦੱਸ ਵੀ ਨਹੀਂ ਸਕਦਾ, ਉਹ ਇਹਨਾਂ ਪੰਕਤੀਆਂ ਦੇ ਅਰਥ ਵੀ ਨਹੀਂ ਕਰ ਸਕਦਾ ਵੀ ਕੀ ਨੇ। ਉਹਨੂੰ ਸਮਝ ਵੀ ਹੈ ਨਹੀਂ ਗੁਰਬਾਣੀ ਦੀ। ਉਹਨੂੰ ਕਹਿ ਲੈ ਸਾਨੂੰ ਗੁਰਬਾਣੀ ਪੜ੍ਹਾ, ਸਮਝਾ ਕੀ ਹੈ। ਇੱਕ ਪੰਕਤੀ ਦਾ ਉਹਨੂੰ ਗਿਆਨ ਨਹੀਂ ਹੈ ਗੁਰਬਾਣੀ ਦਾ। ਹੋਰ ਦੇ ਹੋਰ ਅਰਥ ਕਰਕੇ ਦੱਸਣਗੇ। ਆਪਣੇ ਹਾਥ ਵਡਾਈਆਂ ਜੈ ਭਾਵੈ ਤਾਂ ਦੇ। ਇਹ ਹੈ ਵਡਿਆਈ ਹੈ ਜਿਹੜੀ ਆਪਣੇ। ਵਡਿਆਈ ਕੀ ਹੁੰਦੀ ਹੈ? ਵਡਿਆਈ ਹੈ ਪਰਮੇਸ਼ਰ ਦੀ ਹੁੰਦੀ। ਨਾਮ ਜ਼ਰੂਰ ਉਹਦੇ ਆਪਣੇ ਹੱਥ 'ਚ, ਨਾਮ ਸਾਡੇ ਹੱਥ 'ਚ। ਨਾਮ ਨਹੀਂ ਮਿਲ ਸਕਦਾ ਸਾਡੀ ਕੋਲ। ਨਾਮ ਜਦ ਦੇਣਾ ਮਿਲਣਾ, ਵਡਿਆਈ ਜਦ ਮਿਲਣੀ ਹੈ। ਵਡਿਆਈ ਸਾਨੂੰ ਨਹੀਂ ਮਿਲਣੀ, ਆਪਣੀ ਵਡਿਆਈ ਨਹੀਂ ਹੈ। ਉਹ ਜਿਹੜੀ ਵਡਿਆਈ ਕਰੀ ਆ ਪਰਮੇਸ਼ਰ ਦੀ, ਉਹ ਵਡਿਆਈਆਂ ਦੇਣੀਆਂ ਨੇ ਸਾਨੂੰ। ਵੱਡੇ ਕੀਆਂ ਵਡਿਆਈਆਂ ਹੁੰਦੀਆਂ ਨੇ। ਅਸੀਂ ਵੱਡੇ, ਇੱਕ ਤਾਂ ਸਭ ਤੋਂ ਛੋਟਾ ਹੁੰਦਾ, ਇੱਕ ਤੋਂ ਤਾਂ ਸਾਰੇ ਹੀ ਵੱਡੇ ਨੇ। 2 ਇੱਕ ਤੋਂ ਵੱਡਾ, 3 ਇੱਕ ਤੋਂ ਵੱਡਾ, 4 ਇੱਕ ਤੋਂ ਵੱਡਾ। ਉਹ ਵਡਿਆਈਆਂ ਤਾਂ ਵੱਡੇ ਕੀਆਂ ਨੇ। ਇਹ ਵੱਡਾ ਕਿਤੇ, ਇਹ ਤਾਂ ਛੋਟਾ। ਵਡਿਆਈ ਮਿਲਣੀ ਹੈ ਜਦੋਂ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਜੋ ਨਾਨਕ ਦੇ ਸਤਿਗੁਰੂ ਨੇ ਵਡਿਆਈ ਕੀਤੀ ਹੈ ਪਰਮੇਸ਼ਰ ਦੀ,
ਉਹ ਸਾਰੇ ਯੁੱਗ ਦੇ ਅੰਦਰ ਐਸੀ ਪ੍ਰਗਟ ਸਾਰਿਆਂ ਨੇ ਮੰਨ ਲਈ ਵੀ ਹਾਂ ਆਹ ਵਡਿਆਈ ਠੀਕ ਹੈ, ਸਾਰਿਆਂ ਨੇ ਮੋਹਰ ਲਾਤੀ। ਅੱਜ ਦੁਨੀਆ ਮੰਨਦੀ ਹੈ ਜੋ ਨਾਨਕ ਨੇ ਲਿਖਿਆ, ਜੋ ਗੁਰਬਾਣੀ ਹੈ, ਤਾਂ ਉੱਤੇ ਕੁਛ ਨਹੀਂ ਹੈ, ਹੋ ਗਈ ਨਾ ਪ੍ਰਗਟ। ਫਿਰ ਨਾਨਕ ਦੀ ਵਡਿਆਈ ਆ, ਉਹ ਵਡਿਆਈ ਤਾਂ ਪਰਮੇਸ਼ਰ ਦੀ ਹੈ। ਉਹ ਨਾਨਕ ਦੀ ਕੀਤੀ ਹੋਈ ਵਡਿਆਈ ਆ, ਨਾਨਕ ਕੀ ਵਡਿਆਈ ਤਾਂ ਕਹਿੰਦੇ। ਜੋ ਨਾਨਕ ਨੇ ਕੀ ਈ ਵਡਿਆਈ ਹੈ, ਨਾਨਕ ਕੀ ਨਹੀਂ ਹੈ। ਗੁਰੂ ਨਾਨਕ ਕੀ ਈ ਵਡਿਆਈ, ਗੁਰੂ ਨਾਨਕ ਦੀ ਕੀਤੀ ਹੋਈ ਵਡਿਆਈ, ਇਹਦਾ ਅਰਥ ਹੈ ਕੀ ਵਡਿਆਈ ਕਹੀ ਜਾਂਦਾ। ਗੁਰੂ ਨਾਨਕ ਕੀ ਈ ਵਡਿਆਈ, ਗੁਰੂ ਨਾਨਕ ਦੀ ਕੀਤੀ ਹੋਈ ਵਡਿਆਈ ਸਗਲੇ ਯੁੱਗ ਦੇ ਅੰਦਰ ਪ੍ਰਗਟ ਹੈ। ਗੁਰੂ ਨਾਨਕ ਦੀ ਵਡਿਆਈ ਕਹੀ ਜਾਂਦੀ। ਕੀ ਦਾ ਮਤਲਬ ਤਾਂ ਕੀਤੀ ਹੋਈ ਹੁੰਦਾ। ਇਹ ਸਭ ਠੱਗਾਂ ਦੇ ਨੇ ਚਾਲੇ, ਜਿਹੜੇ ਠੱਗ ਨੇ ਉਹਨਾਂ ਦੇ ਚਾਲੇ ਨੇ, ਕਿਉਂਕਿ ਕਿਸੇ ਤਰੀਕੇ ਨਾਲ ਨਾਨਕ ਨੂੰ ਉਹਨਾਂ ਨੇ ਵੱਡਾ ਬਣਾਉਣਾ। ਕੋਈ 420 ਖੇਡਣ, ਫਿਰ ਉਹਨਾਂ ਨੇ ਆਪ ਵੱਡੇ ਬਣਨਾ। ਆਪ ਵੱਡੇ ਨਹੀਂ ਬਣ ਸਕਦੇ ਜੇ ਉਹ ਤੋਂ ਪਹਿਲਾਂ ਕਿਸੇ ਬੰਦੇ ਨੂੰ ਵੱਡਾ ਨਹੀਂ ਬਣਾਉਂਦੇ। ਜਿਹੜਾ ਇੱਥੇ ਜੰਮੇ ਹੋਏ ਨੂੰ ਵੱਡਾ ਨਹੀਂ ਬਣਨ ਦਿੰਦਾ, ਉਹ ਆਪ ਵੱਡਾ ਨਹੀਂ ਬਣ ਸਕਦਾ। ਜਿਹਨੇ ਇੱਥੇ ਜਨਮ ਲਿਆ ਵੱਡਾ ਹੁੰਦਾ ਹੀ ਨਹੀਂ। ਜਨਮ ਕਾਹਤੇ ਲਿਆ? ਜਿਹਨੇ ਜਨਮ ਲੈ ਲਿਆ, ਜਨਮ ਤਾਂ ਮਰਨ ਤਾਂ ਮਰਿਆ ਵੀ ਹੈ। ਜੰਮਣ ਮਰਨ ਵਾਲਾ ਵੱਡਾ ਹੁੰਦਾ, ਉਹ ਤਾਂ ਹੁਕਮ ਦਾ ਵੱਡਾ ਹੁੰਦਾ। ਜਿਹੜੇ ਆਦਮੀ ਸ਼ਾਤਰ ਦਿਮਾਗ ਨੇ, ਉਹ ਕਿਸੇ ਤਰੀਕੇ ਨਾਲ ਇੱਕ ਬੰਦੇ ਨੂੰ ਪਹਿਲਾਂ ਵੱਡਾ ਬਣਾਉਂਦੇ। ਬੜੇ ਸ਼ਾਤਰ ਦਿਮਾਗ ਨਾਲ ਬੰਦੇ ਬਹਾਦਰ ਨੇ ਨਾਨਕ ਔਰ ਗੋਬਿੰਦ ਸਿੰਘ ਦੀ ਫਤਿਹ ਲਿਖੀ ਮੋਹਰ ਤੇ। ਫਤਿਹ ਬਣਾਈ ਨਾਨਕ ਨੇ, ਬਣਾਈ ਫਤਿਹ ਪਈ ਮਨਜੀਤ, ਉਹਨੇ ਤਾਂ ਹੋਰ ਬਣਾਈ। ਦਸਮ ਪਾਤਸ਼ਾਹ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾ ਮੇਰੀ ਫਤਿਹ ਹੈ ਨਾ ਮੇਰਾ ਖਾਲਸਾ। ਖਾਲਸਾ ਵੀ ਪਰਮੇਸ਼ਰ ਦਾ, ਵਾਹਿਗੁਰੂ ਦਾ, ਫਤਿਹ ਵੀ ਉਹਦੀ ਹੈ। ਉਹਨਾਂ ਨੇ ਆਪਣਾ ਖਾਲਸਾ ਨਹੀਂ ਬਣਾਇਆ ਦਸਮ ਪਾਤਸ਼ਾਹ ਨੇ। ਬੰਦੇ ਬਹਾਦਰ ਨੇ ਆਪਣਾ ਖਾਲਸਾ ਕਿਵੇਂ ਬਣਾ ਲਿਆ, ਬੰਦਾ ਹੀ ਖਾਲਸਾ ਕਿਵੇਂ ਆਪਣਾ ਹੋ ਗਿਆ। ਇੱਥੋਂ ਪਤਾ ਲੱਗਦਾ ਉਹਦੀ ਸ਼ਰਾਰਤ ਦਾ, ਇੱਥੋਂ ਪਤਾ ਲੱਗਦਾ ਬੇਈਮਾਨੀ ਦਾ, ਇੱਥੋਂ ਪਤਾ ਲੱਗਦਾ ਹਿੰਦੂ ਮਤ ਸੀ। ਉੱਥੋਂ ਹੀ ਹਿੰਦੂ ਮਤ ਵਾਲੀ ਲੈਣ ਸ਼ੁਰੂ ਕਰ ਦਿੱਤੀ। ਇਹ ਕਾਰਨ ਸੀ ਖਾਲਸਾ ਦੇ ਖਿਲਾਫ ਹੋਇਆ, ਇਹਦਾ ਸਾਰਾ ਬੇੜੇਗਰ ਕਰਤਾ ਇਹਨੂੰ। ਜਿਹਨੇ ਖਾਲਸਾ ਸਾਜਿਆ, ਸਾਜਿਆ ਤਾਂ ਨਹੀਂ ਹੈ, ਜਿਹਨੇ ਪਰੰਪਰਾ ਚਲਾਈ ਹੈ, ਪੰਥ ਚਲਾਇਆ ਹੈ। ਚਲਾਇਆ ਤਾਂ ਪਰਮੇਸ਼ਰ ਨੇ, ਕਿਹਾ ਤਾਂ ਪਰਮੇਸ਼ਰ ਨੇ। ਜੀ ਤੋਂ ਪੰਥ ਚਲਵਾਇਆ ਪਰਮੇਸ਼ਰ ਨੇ, ਉਹਨੇ ਤਾਂ ਆਪਣਾ ਕਿਹਾ ਨਹੀਂ ਮੇਰਾ। ਉਹ ਤਾਂ ਕਹਿੰਦਾ ਪ੍ਰਗਟ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੇ ਮੌਜ। ਇਹ ਤਾਂ ਉਹਦੀ ਮੌਜ ਆ ਤਾਂ ਪ੍ਰਗਟ ਕੀਤਾ, ਮੈਨੂੰ ਕੀ ਪਤਾ। ਉਹਨੇ ਤਾਂ ਆਪਣੇ ਨਾਲ ਨਹੀਂ ਨੋ ਜੋੜਿਆ, ਬੰਦੇ ਬਹਾਦਰ ਨੇ ਆਪਣੇ ਨਾਲ ਜੋੜ ਲਿਆ, ਬੰਦੇ ਹੀ ਖਾਲਸਾ। ਪਹਿਲੀ ਗੱਲ ਤਾਂ ਪੰਜ ਪਿਆਰਿਆਂ ਬਿਨਾਂ ਖਾਲਸਾ ਤਿਆਰ ਹੀ ਨਹੀਂ ਹੁੰਦਾ। ਫਿਰ ਕੱਲਾ ਕਿਵੇਂ ਕਰ ਦੂਗਾ? ਕੱਲੇ ਦੇ ਨਾਲ ਕਿਵੇਂ ਜੁੜ ਗਿਆ? ਪੰਜ ਪਿਆਰੇ ਚਾਰ ਨਾਲ ਦੇ ਕਿੱਥੇ ਗਏ? ਇੱਥੋਂ ਪਤਾ ਲੱਗਦਾ ਕਿੱਡਾ ਸ਼ਰਾਰਤ ਦਿਮਾਗ ਵਾਲਾ ਬੰਦਾ ਸੀ ਉਹ। ਇਸ ਕਰਕੇ ਖਾਲਸੇ ਨੇ ਫੈਸਲਾ ਲਿਆ ਵੀ ਇਹ ਸਿੱਖ ਨਹੀਂ ਹੈ, ਇਹਦੇ ਇਤਿਹਾਸ ਵਾਸਤੇ ਕੋਈ ਥਾਂ ਨਹੀਂ ਖਾਲਸੇ ਦੇ ਇਤਿਹਾਸ ਵਿੱਚ। ਇਹਨਾਂ ਨੂੰ ਕੀ ਪਤਾ ਵਿਦਵਾਨਾਂ ਨੂੰ? ਵਿਦਵਾਨਾਂ ਨੂੰ ਤਾਂ, ਵਿਦਵਾਨ ਕਿਹੜਾ ਸਿੱਖ ਨੇ? ਇਹ ਨਹੀਂ ਸਿੱਖਣ। ਇਹਨਾਂ ਨੂੰ ਸਿੱਖੀ ਦੇ ਪੈਮਾਨੇ ਦਾ ਹੀ ਨਹੀਂ ਪਤਾ। ਇਹਨਾਂ ਕੋਲ ਤੱਕੜੀ ਹੋਣੀ ਸਿੱਖੀ ਤੋਲਣ ਵਾਲੀ, ਇਹਨਾਂ ਕੋਲ ਬੁੱਧੀ ਹੋਣੀ ਹੈ ਸਿੱਖੀ ਤੋਲਣ ਵਾਲੀ। ਉਹ ਵਿਵੇਕ ਬੁੱਧੀ ਨਾ ਤੋਲੂ, ਸਿੱਖੀ ਕੇ ਨਾਲ ਹੀ ਬੁੱਧੀ ਨਾ ਤੋਲੂ। ਇਹ ਬੁੱਧੀਹੀਨ, ਇਹ ਜਿਹੇ ਜੇ ਆਪ ਖਾਲਸੇ ਨੇ ਉਹ ਜਿਹਾ ਸੀਗਾ ਬੰਦਾ ਬਾਹਰ, ਜਿਹੇ ਜੇ ਆਪ ਨੇ ਇਹ ਜਿਹਾ ਸੀਗਾ। ਜਿਹੇ ਜਿਹਾ ਗੁਰੂ ਨੇ ਖਾਲਸਾ ਬਣਾਇਆ ਨਾ, ਉਹ ਜਿਹਾ ਨਹੀਂ ਸੀ। ਤਾਂ ਹੀ ਹੱਥ ਖੜੇ ਕਰਕੇ ਸਰੈਂਡਰ ਕਰ ਗਿਆ ਨਾ। ਉੱਥੇ ਹੱਥ ਖੜੇ ਕਰਕੇ ਸਰੈਂਡਰ ਕਰ ਗਏ, ਤਾਂ ਹੀ ਬੰਦੇ ਸਾਰੇ ਇਹ ਵੀ ਕਰ ਜਾਂਦੇ ਨੇ। ਤਾਂ
ਆਪਣੇ ਹੱਥ ਵਡਾਈਆਂ ਜੈ ਭਾਵੇ ਤਾਂ ਦੇਈ। ਆਪਣੇ ਹੱਥ ਵਡਿਆਈਆਂ, ਨਾਮ ਦਾ ਉਹਦੇ ਹੱਥ 'ਚ ਹੈ, ਜਾਂ ਨਾਮ ਉਹ ਦਿੰਦਾ ਤਾਂ ਵਡਿਆਈ ਕਰਦਾ ਹੈ ਕੋਈ। ਇਹ ਵਡਿਆਈਆਂ ਜਿਹੜੀਆਂ ਕੀਤੀਆਂ ਇਹ ਗੁਰਬਾਣੀ ਦੀ ਰਚਨਾ, ਇਹ ਵਡਿਆਈ ਹੈ ਪਰਮੇਸ਼ਰ ਦੀ ਗੁਣ ਗਾਇਨ ਹੈ, ਇਹ ਉਹਦੇ ਹੱਥ 'ਚ। ਜੀ ਤੋਂ ਮਰਜ਼ੀ ਕਰਾ ਲਵੇ, ਜੀ ਤੋਂ ਮਰਜ਼ੀ ਨਾ ਕਰਾਵੇ, ਇਹ ਕੋਈ ਜ਼ਰੂਰੀ ਨਹੀਂ ਹੈ ਸਾਰੇ ਵਡਿਆਈ ਕਰਨ, ਸਾਰੇ ਵਡਿਆਈ ਕਰਨ ਤਾਂ ਹੀ ਇਹ ਮੋਹਰ ਲੱਗਦੀ ਹੈ। ਇਹ ਕੋਈ ਸ਼ਰਤ ਨਹੀਂ ਹੈ, ਨਹੀਂ ਤਾਂ ਫਿਰ ਤਿੰਨ ਗੁਰੂ ਸਾਹਿਬ ਨੇ ਸਾਡੇ, ਜਿਹੜੇ ਅਸੀਂ ਗੁਰੂ ਸਾਹਿਬ ਇਹ ਕਹਿੰਦੇ ਹਾਂ ਆਪਣੀ ਬੋਲੀ 'ਚ ਬਹੁਤ, ਹੁਣ ਉਹਨਾਂ ਨੇ ਦੀ ਬਾਣੀ ਹੋਣੀ ਹੈ। ਚਲੋ ਦਸਮ ਪਾਤਸ਼ਾਹ ਦੀ ਬਾਣੀ ਹੈ ਨਾ ਅਲੱਗ, ਤਿੰਨਾਂ ਦੀ ਤਾਂ ਬਾਣੀ ਹੋਣੀ ਹੈ ਕਿਤੇ ਰਚੀ, ਫਿਰ ਉਹਨਾਂ ਨੂੰ ਕੀ ਕਹੋਗੇ ਤੁਸੀਂ? ਜੋ ਭਗਤ ਨਹੀਂ ਸੀ, ਮੁਕਤ ਨਹੀਂ ਹੋਇਆ ਉਹ। ਇਸੇ ਕਰਕੇ ਉਹਨਾਂ ਨੇ ਜਾਣ-ਬੁੱਝ ਕੇ ਦੀ ਰਚੀ, ਇਹ ਜਾਣ-ਬੁੱਝ ਕੇ ਪਰਮੇਸ਼ਰ ਨੇ ਦੀ ਰਚਵਾਈ ਤਾਂ ਕਿ ਇਹ ਭਰਮ ਵੀ ਪੈਦਾ ਨਾ ਹੋ ਜਾਵੇ। ਮੂਰਖਾਂ ਨੇ ਤਾਂ ਕਿਤੋਂ ਕਿੰਤੂ ਪ੍ਰੰਤੂ ਵਾਲੀ ਜਗ੍ਹਾ ਦੇਖਣੀ ਹੈ, ਬਈ ਮੂਰਖ ਕਿੰਤੂ ਪ੍ਰੰਤੂ ਵਾਲੀ ਜਗ੍ਹਾ ਕਿਤੇ ਲੱਭੇ ਨਾ ਜਾਵੇ। ਕਿਤੋਂ ਇਹਨਾਂ ਨੂੰ ਜਗ੍ਹਾ ਮਿਲੀ ਉੱਥੋਂ ਹੀ ਹੋਰ ਪਾਸੇ ਨੂੰ ਲੈ ਜਾਂਦੇ ਨੇ ਗੱਲ ਨੂੰ ਕੱਢ ਕੇ। ਤਿੰਨ ਵਿਅਕਤੀ ਨੇ, ਗੁਰੂ ਵਿਅਕਤੀ, ਜਿਨ੍ਹਾਂ ਨੇ ਬਾਣੀ ਉਹ ਨਹੀਂ ਰਚੀ। 9ਵੇਂ ਮਹੱਲੇ ਦੇ ਆ ਕੇ ਫਿਰ ਬਾਣੀ ਰਚੀ ਗਈ। ਤਿੰਨ ਮਹਿਲ ਬਾਣੀ ਨਹੀਂ ਰਚਦੇ। ਜੇ ਉਹ ਤਿੰਨੇ ਮਹਿਲ ਨਹੀਂ ਹੈਗੇ ਤਾਂ ਜਿਹਨੇ ਬਾਣੀ ਰਚੀ ਉਹਨੇ ਆਪਣੇ ਆਪ ਨੂੰ 6ਵਾਂ ਨੰਬਰ ਮੰਨਣਾ ਸੀ। ਪੰਜਾਂ ਦੀ ਬਾਣੀ ਪਹਿਲਾਂ ਹੈਗੀ, ਉਹਨੇ 9ਵਾਂ ਕਿਉਂ ਕਿਹਾ? ਉਹਨੇ ਨਹੀਂ ਕਿਹਾ ਪਰਮੇਸ਼ਰ ਨੇ ਕਹਾਇਆ ਉਹ, ਤੇ ਉਹ ਕਿ ਮੈਂ ਕਹਿ ਸਕਦਾ ਕੁਝ ਵੀ। ਪਰਮੇਸ਼ਰ ਨੇ ਕਹਾਇਆ ਵੀ 9ਵਾਂ ਬੋਲ ਆਪਣੇ ਆਪ ਨੂੰ, 9ਵਾਂ ਬੋਲਤਾ ਉਹਨੇ, 9ਵਾਂ ਨੰਬਰ ਹੈ ਤੇਰਾ, ਉਹਨੇ ਮਹਲਾ 9ਵਾਂ ਲਿਖਿਆ। ਕਿਉਂਕਿ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਤਾਂ ਮਤਲਬ ਤਿੰਨੇ ਕਬੂਲ ਨੇ। ਉਹ ਆਪਣੇ ਮਰਜ਼ੀ ਨਾਲ ਕੋਈ ਕੁਝ ਨਹੀਂ ਬੋਲ ਸਕਦਾ। ਇਹ ਬੋਲ ਸਕਦੇ ਨੇ ਜਿਹੜੇ ਵਿਦਵਾਨ ਨੇ, ਜੋ ਮਰਜ਼ੀ ਬਕਦੇ ਰਹਿਣ, ਇਹ ਜੋ ਮਰਜ਼ੀ ਬੋਲ ਸਕਦੇ ਨੇ। ਗੁਰਮੁਖ ਨਹੀਂ ਬੋਲ ਸਕਦੇ ਆਪਣੀ ਮਰਜ਼ੀ ਨਾਲ ਕੁਝ ਵੀ। ਗੁਰਮੁਖ ਬੁਲਾਏ ਹੀ ਬੋਲਦੇ ਹੁੰਦੇ ਨੇ। ਉਹਨਾਂ ਨੇ 9ਵਾਂ ਲਿਖ ਕੇ ਸਾਬਤ ਕਰਤਾ ਉਹ ਤਿੰਨੇ ਇੱਕੋ ਹੀ ਲੈਵਲ ਦੇ। ਇਹਦਾ ਮਤਲਬ ਬਾਣੀ ਰਚਣੀ ਕੋਈ ਸ਼ਰਤ ਨਹੀਂ ਹੈ। ਬਾਣੀ ਦੀ ਸੋਝੀ ਪ੍ਰਾਪਤ ਕਰ ਲੈਣੀ ਔਰ ਆਪਣੇ ਬੇੜੀਆਂ ਖੋਲ ਲੈਣੀਆਂ, ਬਸ ਇਹ ਸ਼ਰਤ ਹੈ। ਇਹ ਸ਼ਰਤ ਹੈ ਜੀਵਨ ਮੁਕਤ ਅਵਸਥਾ ਪ੍ਰਾਪਤ ਕਰ ਲੈਣੀ। ਪ੍ਰਵਾਨ ਪੰਚ ਹੋ ਜਾਣਾ ਸ਼ਰਤ ਹੈ, ਬਸ। ਪ੍ਰਧਾਨ ਹੋ ਜਾਣਾ ਸ਼ਰਤ ਨਹੀਂ ਹੈ। ਪ੍ਰਧਾਨ ਹੋ ਜਾਣਾ ਸ਼ਰਤ ਨਹੀਂ, ਪ੍ਰਵਾਨ ਹੋ ਜਾਣਾ ਸ਼ਰਤ ਹੈ ਸਾਡੀ। ਪ੍ਰਧਾਨੀ ਦੀ ਮੋਹਰ ਉਹ ਲਾਉਣ ਨਾ ਲਾਉਣ, ਪ੍ਰਧਾਨੀ ਦੀ ਮੋਹਰ ਉੱਥੇ ਜਾ ਕੇ ਲੱਗਦੀ ਹੈ। ਪ੍ਰਵਾਨ ਵੀ ਉਹਨਾਂ ਨਹੀਂ ਕਰਨਾ। ਪ੍ਰਵਾਨ ਦੀ ਕੋਸ਼ਿਸ਼ ਹੈ ਸਾਡੀ, ਪ੍ਰਧਾਨਗੀ ਦੀ ਕੋਸ਼ਿਸ਼ ਨਹੀਂ ਹੈ। ਇੱਥੇ ਸਾਰੀ ਪ੍ਰਧਾਨਗੀ ਦੀ ਕੋਸ਼ਿਸ਼ ਹੈ, ਪ੍ਰਵਾਨਗੀ ਦੀ ਕੋਸ਼ਿਸ਼ ਹੈ ਹੀ ਨਹੀਂ। ਪ੍ਰਧਾਨ ਕਹਿੰਦਾ ਹਰੇਕ ਮੈਨੂੰ ਬਣਾ ਦਿਓ ਕੰਮ, ਚਾਹੇ ਮੇਰੇ ਕਹੇ ਜੇ ਹੁਣ ਕਾਲੀ, ਚਾਹੇ ਮੇਰਾ ਕਰਮ ਕੈਸਾ ਹੀ ਹੋਵੇ। ਇੱਥੇ ਪ੍ਰਵਾਨ ਹੋ ਜਾਣਾ, ਪ੍ਰਵਾਨ ਚੜ੍ਹਨਾ। ਦਰਗਾਹ 'ਚ ਪ੍ਰਵਾਨ ਹੋ ਜਾਏ ਸਿੱਖ, ਇਹ ਸਿੱਖ ਦੀ ਸਮਝੋ ਕੋਸ਼ਿਸ਼ ਹੈ। ਸਿੱਖ ਦੀ ਕੋਸ਼ਿਸ਼ ਇਹੀ ਹੈ ਮੈਂ ਪ੍ਰਵਾਨ ਹੋ ਜਾ ਦਰਗਾਹ 'ਚ। ਪਰ ਪ੍ਰਵਾਨ ਦਰਗਾਹ ਜਾ ਕੇ ਹੀ ਹੋਣਾ। ਕੱਚ ਪਕਾਈ ਉੱਥੇ ਪਾਈ, ਨਾਨਕ ਗਿਆ ਜਾਪੇ ਜਾਈ। ਉੱਥੇ ਜਾ ਕੇ ਪਤਾ ਲੱਗੂ ਕੱਚਰ ਪੱਕਦਾ। ਇੱਥੇ ਜਿਹੜੇ ਬੋਰਡ ਲਾ ਲਏ ਨਾ ਬ੍ਰਹਮ ਗਿਆਨੀ, ਇਹ ਸਭ ਠੱਗ ਨੇ। ਕਿਹਨੇ ਬੋਰਡ ਲਾਏ ਨੇ ਬਈ? ਕਿਹਨੂੰ ਪੁੱਛ ਕੇ ਲਾਏ ਨੇ ਤੁਸੀਂ? ਇੱਥੇ ਮੂਰਖ ਜਿਹੜੇ ਨੇ, ਮਹਾਮੂਰਖ, ਮੂਰਖੰਦ ਘੋਰ, ਉਹ ਇਕੱਠੇ ਹੋ ਕੇ ਬ੍ਰਹਮ ਗਿਆਨੀ ਦੀ ਪਦਵੀ ਡਿਗਰੀ ਦੇ ਰਹੇ ਨੇ। ਜਿਨ੍ਹਾਂ ਨੂੰ ਉਹਨੇ ਪੜ੍ਹਾਉਣਾ, ਉਹਦੇ ਚੇਲੇ ਨੇ, ਉਹ ਆਪਣੇ ਗੁਰੂ ਨੂੰ ਗੁਰਿਆਈ ਦੇ ਰਹੇ ਨੇ ਵੀ ਇਹ ਗੁਰੂ ਹੈ।
ਸਟੂਡੈਂਟ ਟੀਚਰ ਦਾ ਇਮਤਿਹਾਨ ਲੈਂਦੇ ਹੁੰਦੇ ਨੇ, ਇੰਟਰਵਿਊ ਲੈਂਦੇ ਹੁੰਦੇ ਨੇ, ਸਾਨੂੰ ਪੜ੍ਹਾਉਣ ਦੇ ਕਾਬਿਲ ਹੈ ਕਿ ਨਹੀਂ? ਸਟੂਡੈਂਟ ਕੋਈ ਕਿਸੇ ਸਕੂਲ ਦੇ ਸਟੂਡੈਂਟ ਟੀਚਰ ਦਾ ਇੰਟਰਵਿਊ ਲੈਂਦੇ ਦੇਖੇ ਨੇ ਵੀ ਇਹ ਟੀਚਰ ਠੀਕ ਹੈ, ਸਾਨੂੰ ਪੜ੍ਹਾਉਣ ਦੇ ਕਾਬਿਲ ਹੈ? ਆਹ ਹੋ ਰਿਹਾ। ਇਹ ਕੀ ਹੈ? ਇਹ ਛਾਤਰ ਨੇ ਲੋਕ। ਇਹ ਤੋਂ ਪਤਾ ਲੱਗਦਾ ਛਾਤਰ ਨੇ। ਜਿਵੇਂ ਵੋਟਾਂ ਵਾਲੇ ਇਕੱਠੇ ਕਰਕੇ ਬੰਦੇ ਵੋਟਾਂ ਪਵਾ ਲੈਂਦੇ ਨੇ, ਵੋਟਾਂ ਪਵਾ ਲਈਆਂ, ਵੋਟਾਂ ਨਾਲ ਬਣੂ, ਵੋਟਾਂ ਨਾਲ ਬਣੂਗਾ। ਪਰ ਵਿਗਿਆਨੀ ਇੱਕ ਦਰਗਾਹ ਤੋਂ ਪ੍ਰਮਾਣ ਹੋ ਕੇ ਬਣੂਗਾ। ਪਰਮੇਸ਼ਰ ਦੀ ਪ੍ਰਵਾਨਗੀ ਦੀ ਮੋਹਰ ਦੀ ਕੋਈ ਲੋੜ ਨਹੀਂ ਇਹਨਾਂ ਨੂੰ। ਇਹ ਜਿਹੜੀ ਭੀੜ ਇਕੱਠੀ ਕਰੀ ਹੋਈ ਹੈ, ਇਹਦੀ ਲੋੜ ਹੈ ਉਹਨਾਂ ਨੂੰ। ਪਰਮੇਸ਼ਰ ਦਾ ਕੀ ਲੈਣਾ ਉਹਨਾਂ ਨੇ? ਉਹ ਸੰਤ ਨੇ ਜਾਂ ਕੀ ਨੇ, ਇੱਥੋਂ ਪਤਾ ਲੱਗ ਜਾਂਦਾ। ਸਾਰੀ ਚਾਲ ਜਿਹੜੀ ਹੈਗੀ ਹੈ, ਗੱਲਾਂ ਚੋਰਾਂ ਦੀਆਂ, ਸਾਧਾਂ ਬੁੱਝ ਲੈਣੀਆਂ। ਚੋਰਾਂ ਦੀਆਂ ਗੱਲਾਂ ਸਾਧ ਬੁੱਝ ਲੈਂਦੇ ਨੇ ਕੀ ਨੇ। ਥਰ ਥਰ ਕੰਪੈ ਜੀੜਾ ਥਾਨ ਵਿਹੂਣਾ ਹੋਏ। ਥਰ ਥਰ ਕੰਪੇ ਜੀੜਾ। ਜੀੜਾ ਭੈ ਕਿਉਂ ਖਾਂਦਾ, ਡਰਦਾ ਕਿਉਂ ਹੈ? ਕਿੰਨਾ ਚਿਰ ਸਾਨੂੰ ਡਰ ਲੱਗਦਾ ਹੈ ਸੰਸਾਰ 'ਚ। ਐਸਾ ਕੋਈ ਥਾਂ ਨਹੀਂ ਹੈ ਜਿੱਥੇ ਨੂੰ ਟਿਕਾਅ ਮਿਲ ਜਾਵੇ। ਆਪਣਾ ਘਰਦਾਰ ਨਹੀਂ ਇਹਦੇ ਕੋਲ ਹੈ। ਥਾਨ ਵਿਹੂਣਾ ਥਾਨ ਵੀ ਹੋਣਾ, ਥਾਂ ਨਹੀਂ ਕੋਈ ਇਹਦਾ। ਆਪਣਾ ਕੁਛ ਹੈ ਹੀ ਨਹੀਂ। ਤਾਂ ਕੰਪਾ ਲੱਗਦਾ, ਤਾਂ ਡਰਦਾ। ਘਰ ਕੱਢੀਓ ਬਿਲਡਿੰਗਾਂ, ਵਰਤਾ ਜਾਣਾ, ਛੱਡ ਜਾਣੀ ਹੈ, ਪਤਾ ਸਭ ਨੂੰ। ਕੰਪਾ ਹੀ ਲੱਗਣਾ। ਸਭ ਕੁਛ ਹੈ, ਮਾਲ ਹੈ, ਧਨ ਹੈ, ਦੌਲਤ ਹੈ, ਬੈਂਕ ਬੈਲੈਂਸ ਹੈ, ਗੱਡੀਆਂ ਨੇ, ਫੈਕਟਰੀਆਂ ਨੇ, ਸਭ ਕੁਛ ਹੈ, ਪਰ ਛੱਡ ਜਾਣਾ ਹੈ, ਪਤਾ ਨਹੀਂ ਕਦ। ਇਹ ਗੱਲ ਸਾਨੂੰ ਭੈਭੀਤ ਕਰਦੀ ਹੈ। ਥਾਨ ਵੀ ਹੋਣਾ। ਥਰ ਥਰ ਕੰਪੈ ਜੀੜਾ ਥਾਨ ਵਿਹੂਣਾ ਹੋਏ। ਜਦੋਂ ਨਿਥਾਵੇ ਨੂੰ ਥਾਂ ਮਿਲ ਜਾਂਦਾ ਫੇਰ ਨਹੀਂ ਕੰਬਦਾ। ਥਾਨ ਵੀ ਹੋਣਾ ਹੋਏ, ਜਿੰਨਾ ਚਿਰ ਥਾਨ ਵੀ ਹੋਣਾ ਉਹਨਾਂ ਚਿਰ ਭੈ ਲੱਗਦੀ ਹੈ। ਜਦ ਨਿਥਾਵਾਂ ਤੇ ਨਾ ਰਿਹਾ, ਨਿਥਾਵਿਆਂ ਦਾ ਥਾਂ ਜਦ ਮਿਲ ਗਿਆ ਫੇਰ ਨਹੀਂ ਕੋਈ ਡਰ ਹੈਗਾ। ਹਾਂਜੀ। ਥਾਨ ਮਾਨ ਸੱਚ ਏਕ ਹੈ। ਥਾਨ ਮਾਨ ਸੱਚ ਏਕ ਹੈ। ਜਦ ਇੱਕ ਹੋ ਜੂ ਇਹ ਆਪ, ਫਿਰ ਥਾਨ ਵੀ ਹੈ ਇਹਦੇ ਕੋਲ, ਮਾਨ ਵੀ ਹੈ ਇਹਦੇ ਕੋਲ, ਸੱਚ ਵੀ ਹੈ ਇਹਦੇ ਕੋਲ, ਸਭ ਕੁਛ ਹੈ। ਫਿਰ ਆਪ ਹੀ ਇਹ ਥਾਨ ਵਾਲਾ ਹੈ, ਆਪ ਹੀ ਮਾਨ ਵਾਲਾ ਹੈ, ਆਪ ਹੀ ਸੱਚ ਸਰੂਪ ਹੈ। ਕਿਤੋਂ ਨਹੀਂ ਲੈਣਾ ਹੈਗਾ ਕੁਛ। ਗਵਾਇਆ ਹੋਇਆ ਇਹਨੇ ਔਗਣਾਂ ਨਾਲ ਹੈ, ਗੁਣਾਂ ਨਾਲ ਪ੍ਰਾਪਤ ਹੋ ਜਾਣਾ। ਸੁਪਨੇ 'ਚ ਜਿੰਨਾ ਜਦ ਸੁਪਨਾ ਦੇਖਦਾ ਉਹਨਾਂ ਜਦ ਕੰਗਾਲ ਹੈ। ਜਦ ਸੁਪਨਾ ਟੁੱਟ ਜਾਂਦਾ ਜਾਗ ਪੈਂਦਾ ਜਦ ਰਾਜਾ। ਰਾਜਾ ਵੀ ਹੈ, ਸਿਰ ਤੇ ਤਾਜ ਵੀ ਹੈ, ਕੁਰਸੀ ਵੀ ਹੈ, ਉੱਥੇ ਹੀ ਬੈਠਾ ਤਖਤ ਤੇ, ਕਿਤੇ ਗਿਆ ਹੋਇਆ ਨਹੀਂ। ਸੁਪਨੇ 'ਚ ਭਿਖਾਰੀ ਹੈ। ਨਹੀਂ ਤਾਂ ਇਹ ਕੀ ਹੈ? ਨਰਪਤ ਹੈ। ਨਰਪਤ ਇੱਕ ਸਿੰਘਾਸਣ ਸੋਇਆ, ਸਿੰਘਾਸਣ ਤੇ ਵੀ ਬੈਠਾ, ਥਾਨ ਵਾਲਾ ਨਰਪਤੀ ਹੈ। ਨਰਪਤ ਕਾਹਤੇ ਕੇ? ਇਹ ਸੰਸਾਰ ਦਾ ਮਾਲਕ ਹੈ। ਨਾਰਾਇਣ ਸੰਸਾਰ 'ਚ ਨੇ, ਉੱਥੇ ਨਹੀਂ ਨਾਰਾਇਣ, ਉੱਥੇ ਸਭ ਨਾਰਾਇਣ ਨੇ। ਸੱਚਖੰਡ 'ਚ ਨਰ ਨਹੀਂ ਕੋਈ, ਨਾਰਾਇਣ ਨੇ। ਨਰ ਤਾਂ ਇੱਥੇ ਹੀ ਨੇ। ਜੇ ਤੂੰ ਮੇਰਾ ਹੋ ਰਿਹਾ ਤਾਂ ਸਭ ਜਗ, ਸਭ ਜਗ ਦਾ ਜਦ ਮਾਲਕ ਹੈ, ਨਰਪਤੀ ਹੋਈ ਆ, ਫਿਰ ਹੁਣ ਕੀ ਹੈ? ਸਰਕਾਰ ਕੋਈ ਨਾਲ ਨਹੀਂ ਹੈ, ਸਭ ਨਾਰਾਇਣ ਨੇ। ਇੱਥੇ ਨੇ ਨਰ ਰੇ ਨਰ ਗਰਭ ਕੁੰਡਲ ਜਬ ਆਛਤ। ਰਾਮ ਗਰਭ 'ਚ ਜਿੰਨੇ ਪਏ ਨੇ ਸਭ ਨਰ ਨੇ। ਰਾਮ ਗਰਭ ਹੋਰ ਚੀਜ਼ ਹੈ, ਗਰਭ ਕੁੰਡਲ ਹੋਰ ਚੀਜ਼ ਹੈ। ਗਰਭ ਕੁੰਡਲ, ਗਰਭ ਨਾਲ ਕੁੰਡਲ ਲੱਗਿਆ ਹੈ, ਕੁੰਡਲ ਲੱਗਿਆ। ਰਾਮ ਗਰਭ ਨਾਲ ਕੁੰਡਲ ਨਹੀਂ ਲੱਗਿਆ। ਬਹੁਤ ਬਰੀਕ ਫਰਕ ਨੇ। ਰਾਮ ਗਰਭ ਦੇ ਵਿੱਚ ਤਾਂ ਹੁਣ ਵੀ ਹੈ, ਹੁਣ ਵੀ ਰਾਮ ਗਰਭ 'ਚ
ਪਰ ਰਾਮ ਗਰਭ ਚ ਹੁੰਦਾ ਹੋਇਆ ਪ੍ਰੇਤ ਪਿੰਜਰ ਚ ਵੀ ਹੈ। ਸਰੀਰ ਪਿੰਜਰ ਹੈ, ਪਿੰਜਰੇ ਦੇ ਵਿੱਚ ਵੀ ਹੈ। ਰਾਮ ਗਰਭ ਦੇ ਵਿੱਚ ਜ਼ਿਆਦਾ ਹੈ, ਜਦ ਖਾਲੀ ਇਹਦੇ ਕੋਈ ਸਰੀਰ, ਆ ਸਰੀਰ ਛੱਡ ਕੇ ਰਾਮ ਗਰਭ ਚ ਰਹੂਗਾ। ਫਿਰ ਸਰੀਰ ਛੱਡਣ ਤੋਂ ਬਾਅਦ ਰਾਮ ਗਰਭ ਦੇ ਵਿੱਚ ਫਿਰ ਮਾਤ ਗਰਭ ਚ ਜਾਊ। ਗਰਭ ਕੁੰਡਲ ਕਹਿੰਦੇ ਨੇ ਮਾਤ ਗਰਭ, ਮਾਤ ਗਰਭ ਨੂੰ ਗਰਭ ਕੁੰਡਲ ਕਹਿੰਦੇ ਨੇ। ਫਿਰ ਆਊਗਾ ਰਾਮ ਗਰਭ ਦੇ ਵਿੱਚ ਹੀ ਹੈ ਉਹ, ਰਾਮ ਗਰਭ ਦੇ ਵਿੱਚ ਹੀ